वाहेगुरु जी का खालसा वाहेगुरु जी की फतेह। सृष्टि दे मालक प्रेम दी मूरत चबर छत्र तख्त दे स्वामी धन धन साहब श्री गुरु ग्रंथ साहब जीआं दी निगी गोद विच बड़े ही अद्भुत सहित संध्या दे दीवाना विच आप जी जुड़ बैठे हो। सुभागा समा सतगुरां दी दया दृष्टि नाल प्राप्त होया है। आओ इनू सफला बनाइए। चल रहे पावन प्रवाहां विचों आप जी ने सरवण कीता। मक्के दी धरती ते गुरु नानक साहब जदों उन्होंने खाना काबा फेर दिता, मुल्ला मौलवी काजी इकट्ठे होए ने। मुल्ला जीवन ने गुरु नानक पातशाह की शिकायत ਵੱਡੇ ਮੁੱਲਿਆਂ ਤੇ मौलवियां ਦੇ पास की है भी कुछ काफर आए ने जिन्होंने एक खेड ਵਰਤਾਈ है। मैनू समझ नहीं आता वो हिंदू ने या मुसलमान। सारियां तो वड्डे काजी रुकनदीन गुरु नानक पातशाह जी दे कोल आए, पुछदे ने कि तुसी मुसलमान हो। गुरु बाबा जी ने शब्द उच्चारण किया, मेहर मसीत सिदक मुसल्ला हक हलाल कुरान। सर्व सुन्नत सील रोजा हो मुसलमान। इन्हां अमृत वचनां नूं सुन के काजी मुल्ला रुकनदीन बड़े आश्चर्य हो गए भी लिबास इन्हां दा मिक्स है, मिलावटी है, बनावटी है, पर गल्लां बड़ियां गहरियां ने। फिर वो गुरु नानक साहब जी नूं सवाल करदे ने भी तुसी खाने काबे वल पैर कीते आ रसूल दे घर वल की पैगंबर नूं मनदे हो। गुरु नानक साहब महाराज मुस्कुरा पे हस पे कहते हसे क्यों। साहब कहते किहड़े पैगंबर की गल करते हो। उस अकाल पुरख परमात्मा की दहलीज उत्ते इहो जे लखां पैगंबर खड़े आ, हथ जोड़ी। किसे नूं दरवाजे ते पहुंचण दा सुभाग मिलिया, किसे नूं नहीं मिलिया। असी ते उस करते नूं सजदा करते हैं जिन्हों अल्लाह कहते ने अल्लाह पाक नूं पाक है सत करो जे दूसर। बड़ी गहरी विचारधारा गुरु नानक पातशाह नाल हो रही है चर्चा। शहर मक्का, जगह काबा शरीफ, मुसाफर खाने दे कोल बैठ के गुरु नानक साहब महाराज सवाल जवाब करते। जिन्हां दा देश लोकां दा इस्लाम है, धर्म इस्लाम है, धर्म दे वड्डे रुतबेदार ने, सिस्टम जिन्हां दा अपना है, उन्हां दे सामने बैठ के सवालां दे जवाब ते तर्क करनी ये केवल सतगुर ही कर सकते। आओ सुरत नूं एकाग्र बनाइए। अज दी कथा बड़ी बेशकीमती है। ज्ञान करके पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा जिन्हें खुदाए बिसारियो आवहें तिनके हेत भलो पंथ दिखराए कै
ਜਾਵਹਿ ਆਪਨ ਨਕੇਤ। ਇਸ ਪਾਵਨ ਕਥਾ ਨੂੰ ਭਾਈ ਬਾਲਾ ਜੀ ਬੜੇ ਅਦਬ ਸਤਕਾਰ ਸਹਿਤ ਸੁਣਾ ਰਹੇ ਨੇ। ਮੱਕਾ ਸ਼ਰੀਫ ਵਿੱਚ ਜਦੋਂ ਸਤਿਗੁਰਾਂ ਦੇ ਨਾਲ ਇਹ ਸਵਾਲ ਜਵਾਬ ਹੋਏ ਨਾ ਵੀ ਤੁਸੀਂ ਪੈਗੰਬਰ ਨੂੰ ਮੰਨਦੇ ਹੋ ਜਾਂ ਨਹੀਂ, ਪੈਰ ਕਰਨ ਦੀਆਂ ਗੱਲਾਂ ਬਾਅਦ ਵਿੱਚ ਉਹਨੇ ਜੇ ਮੰਨੋਗੇ ਤੇ ਤਾਂ ਮੁਸਲਮਾਨ ਹੋ। ਸਤਿਗੁਰ ਕਹਿੰਦੇ ਨਹੀਂ, ਪੈਗੰਬਰ ਨੂੰ ਮੰਨਣਾ ਜਿਵੇਂ ਕਿਸੇ ਦੇਵਤੇ ਨੂੰ ਮੰਨਣਾ, ਭਾਵ ਸਮੇਂ ਦੀ ਹਕੂਮਤ ਦੇ ਛੋਟੇ ਛੋਟੇ ਅਹੁਦੇਦਾਰਾਂ ਦੇ ਮੱਥੇ ਟੇਕਦੇ ਫਿਰੀ ਜਾਣਾ, ਪੈਰੇ ਹੱਥ ਲਾਈ ਜਾਣਾ। ਸੁਭਾਵਿਕ ਸਮਝੀਏ, ਉੱਠਣੇ ਬੈਠਣੇ ਤੁਹਾਡੀ ਕਿਸੇ MP ਨਾਲ ਹੈ, ਕੇਂਦਰੀ ਮੰਤਰੀ ਦੇ ਨਾਲ ਹੈ, ਪਰ ਤਰਲੇ ਮਿੰਤਾਂ ਤੁਸੀਂ ਇੱਕ ਥਾਣੇਦਾਰ ਦੀਆਂ ਕਰਦੇ ਫਿਰਦੇ ਵੀ ਇਹੀ ਸਾਰਾ ਕੁਝ ਹੈ। ਇੱਕ ਭੁਲੇਖਾ, ਸੁਭਾਵਿਕ ਗੱਲ ਹੈ ਸੰਸਾਰੀ ਤੌਰ ਤੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸ੍ਰਿਸ਼ਟੀ ਦਾ ਕਰਤਾ ਹੈ, ਜਿਹ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ। ਸਤ ਕਰੋ ਜੇ ਦੂਜਾ ਹੋਏ, ਵੀ ਜੇ ਉਹ ਤੋਂ ਬਿਨਾਂ ਕੋਈ ਦੂਜਾ ਹੋਵੇ ਤੇ ਫਿਰ ਮੈਨੂੰ ਆਪਣੇ ਆਪ ਤੇ ਸ਼ੱਕ ਹੈ ਵੀ ਮੈਂ ਹਾਂ ਜਾਂ ਨਹੀਂ। ਉਹ ਤੇ ਕੋਈ ਹੈ, ਉਹਦੇ ਬਰਾਬਰ ਨਾ ਕੋਈ ਹੈ ਤੇ ਨਾ ਕਿਸੇ ਹੋਣਾ। ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਵਸ ਹੈ, ਉਹਨਾਂ ਨੇ 100 ਦੀ ਇੱਕ ਸੁਣਾ ਦਿੱਤੀ। ਕਹਿੰਦੇ ਜੇ ਪ੍ਰੇਮ ਕਰੇਗਾ ਤੇ ਰੱਬ ਮਿਲੂ ਤਾਂ। ਕਿਸੇ ਕਰਮ ਕਾਂਡ, ਕਿਸੇ ਪਖੰਡ, ਕਿਸੇ ਦਿਖਾਵੇ, ਕਿਸੇ ਦੁਨਿਆਵੀ ਝੰਜਟ ਦੇ ਨਾਲ ਤੈਨੂੰ ਰੱਬ ਨਹੀਂ ਮਿਲ ਸਕਦਾ। ਮਿਲਣਾ ਤੈਨੂੰ ਪ੍ਰੇਮ ਨਾਲ ਹੈ, ਕੱਟੜਤਾ ਨਾਲ ਕਿੱਥੇ ਮਿਲਦਾ ਹੈ? ਕਿਸੇ ਢੰਗ ਨਾਲ ਨਹੀਂ ਮਿਲਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਹੜੇ ਪੈਗੰਬਰਾਂ ਦੀ ਗੱਲ ਕਰਦੇ ਹੋ ਭਾਈ? ਕਿੰਨੇ ਪੈਗੰਬਰ ਧਰਤੀ ਤੇ ਆਏ, ਕਿੰਨੇ ਆ ਕੇ ਨਰਕਾਂ ਨੂੰ ਚਲੇ ਗਏ। ਕਿਉਂ ਗਏ ਨਰਕਾਂ? ਜੇ ਕੋਈ ਦੇਵੀ ਦੇਵਤਾ, ਕੋਈ ਪੀਰ ਪੈਗੰਬਰ ਆਪਣੇ ਆਪ ਨੂੰ ਰੱਬ ਕਹਾਊ, ਰੱਬ ਦਾ ਸ਼ਰੀਕ ਬਣੂ, ਉਹ ਆਪਣੇ ਕਰਮਾਂ ਕਰਕੇ ਨਰਕਾਂ ਨੂੰ ਨਹੀਂ ਜਾਊ ਤੇ ਕਿੱਥੇ ਜਾਊ? ਕਿਉਂਕਿ ਨਰਕ ਸਵਰਗ ਇਕੱਲੇ ਮਨੁੱਖਾਂ ਵਾਸਤੇ ਥੋੜੀ ਹੈ। ਹਰ ਪੈਗੰਬਰ, ਹਰ ਦੇਵਤੇ, ਹਰ ਪੀਰ ਲਈ ਹੈ। ਇਹਦਾ ਇਹ ਮਤਲਬ ਥੋੜੀ ਹੈ ਜੇ ਕੋਈ ਪੀਰ ਤੇ ਪੈਗੰਬਰ ਹੋ ਗਿਆ ਤੇ ਦੁਨੀਆ ਤੇ ਅਤਿਆਚਾਰ ਕਰੀ ਚੱਲੇ ਵੀ ਮੈਂ ਰੱਬ ਦਾ ਬੰਦਾ। ਰੱਬ ਨੇ ਕਿਸੇ ਨਾਲ ਲਿਹਾਜ਼ ਨਹੀਂ ਕੀਤੀ। ਸਾਹਿਬ ਕਹਿੰਦੇ ਜੇ ਕੋਈ ਭਾਈ ਮਾੜੇ ਕਰਮ ਕਰਦਾ, ਪੈਗੰਬਰ ਹੋ ਕੇ, ਪੀਰ ਹੋ ਕੇ, ਉਹਨੂੰ ਵੀ ਹਰਜ਼ਾਨਾ ਭੁਗਤਣਾ ਪੈਂਦਾ ਏ। ਅਬ ਤੁਮ ਰਹ ਪਿਕੰਬਰੇ ਭੂਲ ਗਏ ਮਤ ਮੰਦ। ਸਾਹਿਬ ਕਹਿੰਦੇ ਪੈਗੰਬਰ ਨੂੰ ਮੰਨਣਾ ਇੱਕ ਵੱਖਰੀ ਗੱਲ ਹੈ, ਪਰ ਤੁਸੀਂ ਤੇ ਮੂਰਖੋ ਮੰਦੀ ਮਤ ਵਾਲੇ ਹੋ। ਪੈਗੰਬਰ ਮੁਹੰਮਦ ਨੂੰ ਮੰਨ ਕੇ ਤੁਸੀਂ ਤੇ ਅੱਲਾ ਦੇ ਸ਼ਰੀਕ ਬਣ ਬੈਠੇ। ਰੱਬ ਨੂੰ ਤੇ ਭੁੱਲ ਗਏ ਨਾ। ਬਸ ਸਾਰੇ ਧਰਮਾਂ 'ਚ ਇਹੀ ਕੁਝ ਚੱਲਦਾ। ਬੰਦਾ ਕਿਸੇ ਪਾਰਟੀਕੂਲਰ ਬੰਦੇ ਨੂੰ ਫੜ ਲੈਂਦਾ ਹੈ, ਜਿੱਥੇ ਤੱਕ ਉਹਦੀ ਸ਼ਰਧਾ ਬਣ ਜਾਂਦੀ ਵੀ ਹੁਣ ਇਹੀ ਬਾਬਾ ਮੇਰੇ ਲਈ ਰੱਬ ਹੈ। ਪਰ ਭਾਈ ਫਿਰ ਰੱਬ ਨੂੰ ਰੱਬ ਕੌਣ ਕਹੂ ਜੇ ਦੁਨੀਆ ਰੱਬ ਬਣ ਪਏਗੀ? ਬੰਦਾ ਕਦੇ ਰੱਬ ਨਹੀਂ ਹੋ ਸਕਦਾ, ਨਾ ਸੀ, ਨਾ ਹੈ, ਨਾ ਰਹੇਗਾ। 10 ਸਰੂਪਾਂ ਵਿੱਚ ਗੁਰੂ ਸਾਹਿਬ ਨੇ ਇਸ ਗੱਲ ਨੂੰ ਖੋਲ ਖੋਲ ਕੇ ਸੁਣਾਇਆ। ਗੁਰੂ ਨਾਨਕ ਸਾਹਿਬ ਜੀ ਉਸ ਪਰਮਾਤਮਾ ਦਾ ਰੂਪ ਨੇ ਇੱਕ ਵਾਰ ਦੱਸ ਦਿਓ ਕਿਤੇ ਕਿਹਾ ਹੋਵੇ ਬਾਣੀ ਵਿੱਚ ਵੀ ਮੈਂ ਰੱਬ ਹਾਂ, ਮੈਂ ਪਰਮਾਤਮਾ। ਇੱਕ ਸ਼ਬਦ ਲੱਭ ਦਿਓ ਜੀ ਤੁਰਕੀ ਬਾਣੀ 'ਚ 1430 ਅੰਗਾਂ ਤੋਂ। ਜੇ ਮਿਲਣਗੇ ਨਾਨਕ ਦਾਸ ਸ਼ਬਦ, ਸੇਵਕ, ਕੀੜਾ, ਦਾਸਨਦਾਸ, ਭਗਤ, ਸੇਵਕ, ਇਹ ਸ਼ਬਦ ਮਿਲਣਗੇ। ਭਾਵ ਉਹਨਾਂ ਨੇ ਸਭ ਤੋਂ ਵੱਡਾ ਅਕਾਲ ਪੁਰਖ ਨੂੰ ਹੀ ਰੱਖਿਆ ਹੈ। ਕਿਤੇ ਗੁਰਬਾਣੀ ਦੀ ਆਰੰਭਤਾ ਦੇ ਵਿੱਚ ਆਪਣਾ ਨਾਮ ਨਹੀਂ ਲਿਖਿਆ। ਨਾਨਕ ਸ਼ਬਦ ਦੀ ਸਮਾਪਤੀ ਦੇ ਵਿੱਚ ਲਿਖਿਆ। ਅੰਤਲੀਆਂ ਸਤਰਾਂ ਦੇ ਵਿੱਚ ਸਟਾਰਟਿੰਗ 'ਚ ਕੀ ਲਿਖਿਆ? ਇੱਕ ਓੰਕਾਰ ਸਤਿਗੁਰ ਪ੍ਰਸਾਦ। 10ਵੇਂ ਪਾਤਸ਼ਾਹ ਬਾਣੀ ਵਿੱਚ ਲਿਖਦੇ ਆ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕੋ ਹੀ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ। ਇਹਦਾ ਭਾਵ ਕੀ ਹੈ ਵੀ ਇੱਕ ਦੇ ਨੂਰ ਤੋਂ ਸਾਰਾ ਸੰਸਾਰ ਬਣਿਆ ਤੇ ਚੰਗਾ ਤੇ ਮਾੜਾ ਕੌਣ ਹੈ? ਇਹ ਜਿਹੜੇ ਚੱਕਰ ਚੱਲਦੇ ਆ ਨਾ ਵੀ ਉਹ ਚੰਗਾ ਆਹ ਮਾੜਾ, ਇਹ ਨਰਕਾਂ ਦੀਆਂ ਨਿਸ਼ਾਨੀਆਂ ਨੇ। ਜੇ ਬੰਦਾ ਇਹ ਕੁਝ ਨਹੀਂ ਕਰੂ ਤੇ ਫਿਰ ਨਰਕ ਭਰਨਗੇ ਕਿਵੇਂ? ਜੇ ਕੋਈ ਪੁੰਨ ਪਾਪ ਨਹੀਂ ਕਰੂਗਾ, ਕੋਈ ਭਲਾ ਜਾਂ ਬੁਰਾ ਨਹੀਂ ਕਰੂਗਾ ਤੇ ਨਰਕਾਂ ਨੂੰ ਕੌਣ ਜਾਊ? ਸਵਰਗਾਂ ਨੂੰ ਕੌਣ ਜਾਊ? ਪਰ ਸਿੱਖ ਦਾ ਮਿਸ਼ਨ ਨਾ ਨਰਕ ਹੈ ਨਾ ਸਵਰਗ ਹੈ।
ਰਸਤੇ ਦੀ ਸਵਾਰੀ ਕੋਈ ਨਹੀਂ, ਨੌਨ ਸਟਾਪ। ਸਾਡੀ ਮੰਜ਼ਿਲ ਇੱਕ ਓੰਕਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਮੂਰਖ ਹੋ, ਮੁਹੰਮਦ ਪੈਗੰਬਰ ਨੂੰ ਤੁਸੀਂ ਖੁਦਾ ਮੰਨੀ ਬੈਠੇ ਹੋ। ਕਿਤੇ ਬੁਰਾ ਤਾਂ ਨਹੀਂ ਕਿਹਾ ਸਤਿਗੁਰਾਂ ਨੇ ਪੈਗੰਬਰ ਸਾਹਿਬ ਨੂੰ, ਕਹਿੰਦੇ ਉਹ ਚੰਗੇ ਆ, ਪੈਗਾਮ ਲੈ ਕੇ ਆਏ ਆ। ਹੁਣ ਮੰਨ ਲਓ ਅੱਜ ਵਰਗਾ ਜ਼ਮਾਨਾ ਨਹੀਂ ਸੀ। ਅੱਜ ਤੋਂ 50 ਸਾਲ ਪਹਿਲਾਂ ਚਿੱਠੀਆਂ ਪੱਤਰਾਂ ਦਾ ਜ਼ੋਰ ਸੀ, ਲਿਖਤਮ ਤੇ ਪੜ੍ਹਤਮ ਤੁਹਾਡਾ ਦੌਰ ਸੀ ਸਾਰਾ। ਜੇ ਕੋਈ ਫੌਜੀ ਵੀਰ ਜਾਂ ਵਿਦੇਸ਼ੀ ਵੀਰ ਘਰੇ ਆਪਣੀ ਪਤਨੀ ਨੂੰ ਚਿੱਠੀ ਭੇਜਦਾ ਸੀ, ਪਿਆਰ ਦੀਆਂ ਗੱਲਾਂ, ਪਰ ਕਈ ਵਾਰ ਅੱਗੋਂ ਘਰ ਵਾਲੀਆਂ ਪਤਨੀਆਂ ਅਨਪੜ੍ਹ ਹੁੰਦੀਆਂ ਸੀ, ਪੜ੍ਹਨਾ ਨਹੀਂ ਸੀ ਆਉਂਦਾ। ਜ਼ਿਆਦਾਤਰ ਚਿੱਠੀਆਂ ਉਰਦੂ 'ਚ ਹੁੰਦੀਆਂ ਸੀ। ਅੱਜ ਤੋਂ 50-60 ਸਾਲ ਪਹਿਲਾਂ ਹੋਲੀ ਇੱਦਾਂ ਨਹੀਂ ਸੀ, ਜ਼ਿਆਦਾਤਰ ਅਨਪੜ੍ਹ ਲੋਕ। ਉਸ ਵੇਲੇ ਕਹਿਣਾ ਵੀ ਕੋਈ ਬੰਦਾ ਪਿੰਡ 'ਚੋਂ ਬੁਲਾਓ ਜੋ ਪੜ੍ਹ ਕੇ ਸੁਣਾਵੇ। ਹੁਣ ਹਾਲ ਪਤੀ ਦਾ ਪੜ੍ਹਨਾ ਹੈ, ਪਤਨੀ ਨੇ ਸੁਣਨਾ ਹੈ। ਕੀ ਚਿੱਠੀ ਪੜ੍ਹਨ ਵਾਲਾ ਪਤੀ ਹੋ ਸਕਦਾ ਹੈ? ਦੱਸੋ ਜੀ, ਨਹੀਂ ਨਾ। ਰੱਬ ਦੀ ਗੱਲ ਸੁਣਾਉਣ ਵਾਲਾ ਫਿਰ ਰੱਬ ਕਿਵੇਂ ਹੋ ਗਿਆ? ਸਤਿਨਾਮ ਹੋ ਸਕਦਾ ਹੈ? ਹਾਂ, ਗੁਰਬਾਣੀ ਨੇ ਸਤਿਕਾਰ ਦਿੱਤਾ ਹੈ, ਕਹਿੰਦੇ ਰੱਬ ਦੇ ਪਿਆਰੇ ਰੱਬ ਵਰਗੇ ਨਹੀਂ, ਫਿਰ ਰੱਬ ਬਣ ਕੇ ਥੋੜਾ ਬੈਠਾ। ਚਿੱਠੀ ਲਿਖਣ ਵਾਲਾ ਪਤੀ ਹੈ, ਸੁਣਾਉਣ ਵਾਲਾ ਨਹੀਂ ਹੈ। ਉਹਨੂੰ ਡਾਕੀਆ ਕਹਿ ਲਓ, ਚਿੱਠੀ ਦੇਣ ਵਾਲੇ ਨੂੰ ਡਾਕੀਆ ਕਹਿ ਲਓ। ਪਰਵਾਨਾ ਦੇਣਾ ਹੈ ਉਹ ਪਤੀ ਨਹੀਂ ਜਿਵੇਂ ਹੋ ਸਕਦਾ, ਸਿਰਫ ਉਹ ਸੁਣਾਉਣ ਵਾਲਾ ਹੈ। ਇਸੇ ਤਰ੍ਹਾਂ ਪੈਗੰਬਰ, ਦੇਵਤੇ, ਪੀਰ, ਔਲੀਏ ਜਿੰਨੇ ਵੀ ਹਨ ਇਹ ਰੱਬ ਨਹੀਂ ਹਨ। ਇਸੇ ਕਰਕੇ ਬਾਣੀ ਨੂੰ ਲਿਖਣਾ ਪਿਆ, ਏਕ ਸ਼ਿਵ ਗਏ, ਇੱਕ ਗਏ ਇੱਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ। ਮਰਦ ਕਹਿੰਦੇ ਸਾਰੇ ਦੇਵੀ ਦੇਵਤੇ ਚੰਗੇ ਆ ਭਾਈ, ਪਰ ਕਿਹਦੀ ਗੱਲ ਕਰੋਗੇ? ਸ਼ਿਵ ਇੱਕ ਨਹੀਂ। ਅੱਜ ਸਨਾਤਨ ਮਤ ਕਹਿੰਦਾ ਸ਼ਿਵ 11 ਤਰ੍ਹਾਂ ਦੇ ਨੇ, 11 ਸ਼ਿਵ ਜੀ ਨੇ, 11 ਅਵਤਾਰ ਨੇ ਸ਼ਿਵ ਦੇ। ਤੇ ਰੱਬ ਦੇ ਅਵਤਾਰ ਵਿਸ਼ਨੂੰ ਦੇ ਕਿੰਨੇ ਨੇ? 24। ਕਿਹਨੂੰ ਰੱਬ ਮੰਨੋਗੇ ਜੀ? ਸਮਝਣ ਲਈ ਗੱਲਾਂ ਨੇ, ਬੁਰਾ ਕੋਈ ਨਹੀਂ ਹੈ। ਕਹਿੰਦੇ ਸਭ ਬਣਾਏ ਹੋਏ ਨੇ। ਕਿੰਨੇ ਰਾਮ ਆਏ, ਕਿੰਨੇ ਰਾਵਣੇ ਆਏ, ਕਿੰਨੇ ਸ਼ਿਵ ਆਏ, ਕਿੰਨੇ ਕ੍ਰਿਸ਼ਨ ਆਏ। ਇਹ ਤੇ ਖੇਡਾਂ ਉਹਦੀਆਂ ਕਠਪੁਤਲੀਆਂ ਨੇ, ਉਹਦੇ ਭੇਜੇ ਨੇ, ਸੱਦੇ ਤੇ ਆ ਜਾਂਦੇ, ਪਰ ਇਹ ਰੱਬ ਨਹੀਂ ਹਨ। ਇਸੇ ਤਰ੍ਹਾਂ ਪੈਗਾਮ ਲੈ ਕੇ ਆਉਣ ਵਾਲੇ ਪੈਗੰਬਰ ਜਿਨ੍ਹਾਂ ਨੇ ਰੱਬ ਦਾ ਸੰਦੇਸ਼ ਦਿੱਤਾ ਉਹ ਰੱਬ ਨਹੀਂ ਹਨ। ਗੁਰੂ ਬਾਬਾ ਜੀ ਨੇ ਕਿੱਥੇ ਬਹਿ ਕੇ ਕਿਹਾ? ਕਾਬੇ ਦੀ ਧਰਤੀ ਤੇ। ਮੈਂ ਕਹਿੰਦਾ ਸਿੱਧੀ ਜੀ ਗੱਲ ਹੈ, ਆਪਾਂ ਗੁਰੂ ਘਰ ਬੈਠੇ ਹਾਂ, ਸਾਰੇ ਸਿੱਖ ਹਾਂ। ਕਿਸੇ ਦਾ ਪਰਿਵਾਰ ਕਿੱਥੋਂ ਜੁੜਿਆ, ਕਿਸੇ ਦਾ ਕਿੱਥੋਂ, ਚਲੋ ਕਿਸੇ ਨੇ ਅੰਮ੍ਰਿਤ ਨਹੀਂ ਵੀ ਛਕਿਆ ਤੇ ਸਿੱਖੀ ਤੋਂ ਬਿਲੋਂਗ ਕਰਦੇ ਆ। ਇੱਥੇ ਕੋਈ ਟੁੱਟਿਆ ਜਾ ਬੰਦਾ ਆ ਕੇ ਆਖੇ ਵੀ ਗੁਰਦੁਆਰਾ ਨਹੀਂ ਹੁੰਦਾ, ਸਿੱਖ ਨਹੀਂ ਹੁੰਦੇ, ਸੁੱਕਾ ਜਾਣ ਦਊਂਗੇ? ਦੱਸੋ ਜੀ। ਹਾਂ, ਜੇ ਕੋਈ ਇਹੋ ਜੀ ਗੱਲ ਲਿਆ ਕੇ ਡੂੰਘੀ ਕਰੇ ਤੇ ਸੋਚੋਗੇ ਜ਼ਰੂਰ ਵੀ ਹੈ ਕੋਈ ਤਰਕ। ਪਖੰਡੀ ਦੇ ਡੇਰੇ ਜਾ ਕੇ ਆਖੋ ਵੀ ਜਿਹੜੀ ਕਬਰ ਨੂੰ ਮੱਥਾ ਟੇਕਦਾ ਫਿਰਦਾ ਹੈ, ਕੀ ਇਹ ਉੱਠ ਕੇ ਤੇਰੀ ਮੱਝ ਨੂੰ ਥਾਪੜਾ ਦੇ ਕੇ ਆਊ ਵੀ ਦੁੱਧ ਵੱਧ ਦੇ? ਇਹ ਤੇ ਆਪ ਪੇਟਾਂ 'ਚ ਟਣਿਆ ਹੋਇਆ, ਇਹਨੇ ਕਿੱਥੋਂ ਉੱਠਣਾ? ਦੀਵਾ ਬੁੱਝਦੇ ਉੱਠ ਕੇ ਜਗਾ ਨਹੀਂ ਸਕਦਾ ਤੇ ਤੂੰ ਕਹਿੰਦਾ ਪੀਰ ਬਾਬੇ ਮੇਰਾ ਘਰ ਵਸਾ ਦੇ। ਹੋ ਸਕਦਾ ਕਦੇ? ਪੱਥਰ ਹੈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਥਾਂ ਤੇ ਬਹਿ ਕੇ ਉਹਨਾਂ ਦੇ ਧਰਮ ਚਿੰਨ੍ਹ ਦੇ ਸਾਹਮਣੇ ਪਖੰਡ ਦਾ ਓਲਾ ਨਹੀਂ ਰੱਖਿਆ, ਚੁੱਕ ਦਿੱਤਾ। ਕਹਿੰਦੇ ਮੂਰਖੋ ਤੁਸੀਂ ਇਕੱਠੇ ਹੋ ਗਏ। ਐਡੇ ਵੱਡੇ ਮੌਲਵੀਆਂ ਨੂੰ ਇਹ ਗੱਲ ਕਹਿ ਦੇਣੀ ਕੋਈ ਖੇਡ ਨਹੀਂ ਹੈ। ਕਿਸੇ ਦੇ ਘਰੇ ਜਾ ਕੇ ਕਹਿਣਾ ਤੂੰ ਚੋਰ ਹੈ, ਤੂੰ ਠੱਗ ਹੈ, ਇਹ ਕਿਸੇ ਸੂਰਮੇ ਦਾ ਕੰਮ ਹੈ। ਭਰੇ ਦਰਬਾਰ ਵਿੱਚ ਕਾਜੀ ਰੁਕਨਦੀਨ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਪੈਗੰਬਰ ਤੇ ਉਸ ਰੱਬ ਦੇ ਦਰ ਤੇ ਇਦਾਂ ਖੜੇ ਜਿਵੇਂ ਕਿਤੇ ਚੌਲ ਸਿੱਟਣ ਵਾਲੇ ਦੇ ਸਾਹਮਣੇ ਕੀੜੀਆਂ ਦੇ ਭੌਣ ਹੁੰਦੇ ਆ। ਆ ਗਿਆ ਦ੍ਰਿਸ਼? ਤੁਸੀਂ ਚੌਲ ਸਿੱਟੋ, ਮਿੱਠਾ ਸਿੱਟੋ, ਕੀੜੀਆਂ ਦਾ ਭੌਣ ਕਿੱਡਾ ਵੱਡਾ ਹੈ, ਲੱਖਾਂ ਕੀੜੀਆਂ ਨੇ। ਕਹਿੰਦੇ ਧਾਰਮਿਕ ਲੋਕ ਆਉਂਦੇ ਨੇ, ਦੁਨੀਆ ਤੋਂ ਤੁਰ ਜਾਂਦੇ ਨੇ। ਪੱਖ ਬਾਦਿਉਰ ਮੈਂ ਤਰਿਓ, ਜਹੋ ਨਰਕ ਜਮ ਫੰਦ। ਗੁਰੂ ਸਾਹਿਬ ਕਹਿੰਦੇ ਤੁਸੀਂ ਪੱਖਵਾਦ ਵਿੱਚ ਪੈ ਗਏ ਹੋ, ਜਮਾਂ ਦੇ ਫਾਹੇ ਲੱਗਣਗੇ। ਪੱਖਵਾਦ ਕਿਹੜਾ? ਉਹ ਕਹਿੰਦਾ ਹਿੰਦੂ ਨਾ ਵੜ ਜੇ ਮੱਕੇ ਵਿੱਚ, ਨਾ ਮਦੀਨੇ ਚ ਆ ਜੇ, 60 ਕਿਲੋਮੀਟਰ ਤੱਕ ਐਂਟਰੀ ਨਹੀਂ। ਹਿੰਦੂ ਕਹਿੰਦੇ ਸਾਡੇ ਮੰਦਿਰ 'ਚ ਮੁਸਲਮਾਨ ਨਾ ਵੜੇ। ਰੱਬ ਦੀਆਂ ਗੱਲਾਂ। ਗੁਰੂ ਨਾਨਕ ਦੇ ਘਰ 'ਚ ਦੱਸੋ ਜੀ ਕਦੇ ਕਿਸੇ ਮੁਸਲਮਾਨ ਨੂੰ ਮਨਾ ਕੀਤਾ? ਕਦੇ ਹਿੰਦੂ ਨੂੰ ਪਾਠ ਕਰਨ ਤੋਂ ਰੋਕਿਆ, ਮੱਥਾ ਟੇਕਣ ਤੋਂ ਰੋਕਿਆ? ਕਦੇ ਕੋਈ ਕਹਿੰਦਾ ਹੋਵੇ ਵੀ ਇਹ ਮੁਸਲਮਾਨ ਆ ਗਿਆ, ਇਹਨੂੰ ਰਾਤ ਨਹੀਂ ਰੱਖਣਾ ਇੱਥੇ,
ਇਹਨੂੰ ਰੋਟੀ ਨਹੀਂ ਦੇਣੀ, ਪ੍ਰਸ਼ਾਦਾ ਨਹੀਂ ਛਕਾਉਣਾ। ਅਸਲ ਰੱਬ ਦਾ ਘਰ ਗੁਰੂ ਨਾਨਕ ਦਾ ਘਰ ਹੈ। ਮਹਾਰਾਜ ਕਹਿੰਦੇ ਤੁਸੀਂ ਪੱਖਵਾਦ ਵਿੱਚ ਉਲਝੇ ਫਿਰਦੇ ਹੋ। ਬੰਦੇ ਨਾਲ ਬੰਦਾ ਵੈਰ ਕਮਾਈ ਜਾਂਦਾ। ਬਣਾਉਣ ਵਾਲੇ ਨੇ ਸਭ ਦਾ ਖੂਨ ਇੱਕ ਬਣਾਇਆ, ਸਾਰਿਆਂ ਨੂੰ ਆਕਸੀਜਨ ਤੇ ਲਾਇਆ ਹੋਇਆ। ਦੱਸੋ ਜੀ ਵੀ ਹੋਰ ਧਰਮ ਦਾ ਬੰਦਾ ਕਾਰਬਨ ਡਾਈਆਕਸਾਈਡ ਲੈਂਦਾ ਜਾਂ ਨਾਈਟ੍ਰੋਜਨ ਲੈਂਦਾ? ਮਨੁੱਖਤਾ ਤੋਂ ਲੈ ਕੇ ਜਿੰਨੇ ਜੀਵ ਜੰਤੂ ਸਭ ਆਕਸੀਜਨ ਲੈ ਰਹੇ ਨੇ, ਕਾਰਬਨ ਛੱਡ ਰਹੇ ਆ। ਖੂਨ ਸਾਰਿਆਂ 'ਚ ਇੱਕੋ ਜਿਹਾ ਏ, ਰੰਗ ਇੱਕੋ ਜਿਹਾ ਏ। ਹੋ ਸਕਦਾ ਹੈ ਕਈ ਜੀਵਾਂ ਦਾ ਖੂਨ ਹਰਾ ਏ, ਕੋਈ ਵੱਡੀ ਗੱਲ ਨਹੀਂ, ਪਰ ਹੈ ਤੇ ਸਭ ਕੁਝ ਮਨੁੱਖਾਂ ਦੇ ਇੱਕੋ ਜਿਹਾ। ਅੰਗ ਪ੍ਰਤੰਗ ਸਭ ਇੱਕੋ ਜਿਹੇ ਬਣਾਏ। ਮਰਦ ਕਹਿੰਦੇ ਫੇਰ ਅੱਲਾ ਦੀ ਬਣਾਈ ਹੋਈ ਕੁਦਰਤ ਮਾੜੀ ਕਿਵੇਂ ਹੋਈ? ਉਹਦੇ ਬਣਾਏ ਵਿੱਚ ਤੁਸੀਂ ਭੇਦ ਕਿਵੇਂ ਰੱਖਿਆ ਏ? ਅਬ ਦੇਵੋ ਸਮਝਾਏ ਮੈਂ, ਮਾਰਗ ਭਲੋ ਬਤਾਏ। ਕਹਿੰਦੇ ਜੀ ਫਿਰ ਤੁਸੀਂ ਦੱਸ ਦਿਓ। ਮਰਦ ਕਹਿੰਦੇ ਤੁਹਾਨੂੰ ਸਮਝਾ ਦਿੰਨੇ ਆ ਸੌਖਾ ਜਾ। ਕਿਸੇ ਨੇ ਬਣਾਈ ਹੋਵੇ ਕੋਠੀ, ਉਹਨੇ ਖੁਸ਼ੀ ਖੁਸ਼ੀ ਬੁਲਾਇਆ ਤੁਹਾਨੂੰ ਘਰੇ, ਤੇ ਕੋਈ ਬੰਦਾ ਸੀ ਮੇਰੇ ਵਰਗਾ, ਕਹਿੰਦਾ ਜੀ ਵਾਹ ਕਮਾਲ ਕਰਤੀ, ਕਿੰਨੇ ਪੈਸੇ ਲੱਗੇ? ਕਹਿੰਦਾ ਜੀ ਬਸ ਔਖਾ ਸੌਖਾ 1.5 ਕਰੋੜ ਲਾਤਾ। ਤੇ ਮੇਰੇ ਵਰਗਾ ਜਿਹਦੇ ਜੇਬ 'ਚ ਰੁਪਈਆ ਨਹੀਂ, ਦੇਖ ਕੇ ਕਹਿੰਦਾ ਬਿਊਟੀਫੁਲ ਬੜੀ ਹੈ, ਸੋਹਣੀ ਬੜੀ ਹੈ। ਬਾਅਦ 'ਚੋਂ ਕਹਿੰਦਾ ਆਹ ਕੰਧ ਠੀਕ ਨਹੀਂ, ਆਹ ਗਲਤ ਕਰ ਲਿਆ, ਦਰਵਾਜ਼ਾ ਇੱਥੇ ਰੱਖਣਾ ਸੀ। ਹੁਣ ਤੁਸੀਂ ਦੱਸੋ ਵੀ ਬਣਾਉਣ ਵਾਲੇ ਦੀ ਸਿਫਤ ਹੈ ਜਾਂ ਬੁਰਾਈ ਹੈ? ਇਹ ਤੇ ਕਹਤਾ ਕੋਠੀ ਤੇਰੀ ਬੜੀ ਸੋਹਣੀ ਹੈ, ਪਰ ਤੇਰਾ ਪੱਥਰ ਨਹੀਂ ਵਧੀਆ ਯਾਰ। ਤੂੰ ਮੁੱਖ ਦਰਵਾਜ਼ਾ ਦੂਜੇ ਪਾਸੇ ਰੱਖ ਲਿਆ, ਫਲਾਣੇ ਹਿਸਾਬ ਨਾਲ ਇੱਧਰ ਰੱਖਣਾ ਸੀ। ਇਹ ਕੀ ਹੈ? ਨੁਕਤਾਚੀਨੀ। ਸਿੱਧੀ ਗੱਲ ਹੈ, ਤੁਹਾਨੂੰ ਕੋਠੀ ਘਰ ਮਕਾਨ ਪਸੰਦ ਨਹੀਂ ਆਇਆ, ਭਾਵ ਸਮਝੀਏ ਰੱਬ ਦੀ ਬਣਾਈ ਹੋਈ ਦੁਨੀਆ, ਹਾਂਜੀ ਰੱਬ ਵਰਗੀ ਹੈ ਜੀ। ਫਿਰ ਕਿਆ ਮੈਨੂੰ ਹਿੰਦੂ ਪਸੰਦ ਨਹੀਂ, ਮੈਨੂੰ ਸਿੱਖ ਪਸੰਦ ਨਹੀਂ, ਮੈਨੂੰ ਬੋਧੀ ਪਸੰਦ ਨਹੀਂ। ਇਹ ਉਹੀ ਭਾਵ ਹੈ ਵੀ ਕੋਠੀ ਤੇ ਤੇਰੀ ਬਣਾਈ ਸੋਹਣੀ ਹੈ, ਪੈਸੇ ਵੀ ਵਾਹਵਾ ਲਾਏ ਆ, ਪਰ ਜੇ ਤੂੰ ਥੋੜਾ ਜਿਹਾ ਅਕਲ ਦਾ ਕੰਮ ਕਰ ਲੈਂਦਾ ਨਾ, ਇੱਕੋ ਜਿਹੀ ਬਣਾ ਲੈਂਦਾ। ਭਾਵ ਰੱਬ ਦੀ ਬਣਾਈ ਹੋਈ ਦੁਨੀਆ ਕਹਿੰਦੇ ਤੇ ਸਾਰੇ ਆ ਵੀ ਰੱਬਾ ਤੇਰੀ ਦੁਨੀਆ। ਕੌਣ ਕਹਿੰਦਾ ਇੱਥੇ? ਜਿਹਨੂੰ ਪੁੱਛੋ ਉਹ ਕਹਿੰਦੇ ਰੱਬ ਨੇ ਸਾਜੀ ਹੈ। ਜਿੱਦਣ ਸਾਡਾ ਕਿਸੇ ਨਾਲ ਵੈਰ ਹੁੰਦਾ ਹੈ, ਸਾਡੀ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ, ਮਾਫ ਕਰਿਓ ਜੀ, ਰੱਬ ਨੇੜੇ ਤੇੜੇ ਵੀ ਉਹ ਚ ਨਹੀਂ ਦਿਸਦਾ। ਆਖੋ ਸਤਿਨਾਮ। ਉਹ ਸਾਡਾ ਦੁਸ਼ਮਣ ਕਿਤੇ ਗੁਰਦੁਆਰੇ ਮੰਦਿਰ ਮਸਜਿਦ ਵੀ ਜਾਵੇ ਨਾ, ਅਸੀਂ ਪਤਾ ਕੀ ਕਹਾਂਗੇ? ਲੈ ਪਖੰਡ ਕਰਦਾ ਫਿਰਦਾ, ਇਹ ਤੇ ਠੱਗੀਆਂ ਮਾਰਦਾ, ਇਹਨੂੰ ਕਿੱਥੇ ਰੱਬ ਚਿੰਤੇ ਹੈ? ਬਿਰਤੀ 'ਚ ਫਰਕ ਆ ਗਿਆ ਨਾ। ਗੁਰੂ ਸਾਹਿਬ ਕਹਿੰਦੇ ਤੁਸੀਂ ਅੱਖਾਂ ਤੋਂ ਅੰਨੇ ਹੋ, ਰੱਬ ਦੀ ਬਣਾਈ ਕੁਦਰਤ ਕਾਇਨਾਤ ਵਿੱਚ ਤੁਸੀਂ ਫਰਕ ਰੱਖਦੇ ਹੋ। ਜੇ ਨਹਿ ਮਨ ਹੋ ਤਾਹੀ ਕੋ, ਪਰ ਹੁਨਰ ਕਮਹਿ ਜਾਏ। ਭਾਈ ਜੇ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਸੋਹਣਾ ਜ਼ਰੂਰ ਕਹਿੰਦੇ ਹੋ, ਪਰ ਰੱਬ ਦੇ ਨਿਯਮਾਂ ਨੂੰ ਮੰਨਦੇ ਨਹੀਂ, ਉਹਦੇ ਹੁਕਮ ਨੂੰ ਨਹੀਂ ਮੰਨਦੇ, ਤੇ ਫਿਰ ਨਰਕਾਂ ਨੂੰ ਹੀ ਜਾਣਾ ਹੈ। ਪਰਮਾਤਮਾ ਨੇ ਤੇ ਕਿਹਾ ਹੈ ਬੁਰਾਈ ਕੋਈ ਨਹੀਂ। ਬਾਣੀ ਨੇ ਆਪ ਜੀ ਦੇ ਸ਼ਬਦ ਸੁਣੇ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ। ਸਭ ਬੰਦੇ ਇਹ ਕੁਦਰਤ ਦੇ ਬੰਦੇ ਆ, ਜੋ ਵੀ ਬਣਿਆ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅੱਗੇ ਕੀ ਕਹਿੰਦੇ ਆ? ਲੋਗਾ ਭਰਮ ਨਾ ਭੁੱਲੋ ਭਾਈ। ਮਰਦ ਕਹਿੰਦੇ ਐਵੇਂ ਭਰਮ ਚ ਨਾ ਭੁੱਲਿਆ ਫਿਰ। ਖਾਲਕ 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 ਮੈਂ ਖਾਲਕ, ਖਾਲਕ ਨਾਮ ਹੈ ਖਸਮ ਦਾ, ਖਲਕ ਨਾਮ ਹੈ ਦੁਨੀਆ ਦਾ। ਆਪਾਂ ਕਹਿ ਨਹੀਂ ਦਿੰਦੇ ਆ ਖਲਕਤ ਬੜੀ ਹੋ ਗਈ ਜੀ ਦੁਨੀਆ। ਕਹਿੰਦੇ ਰੱਬ ਵਿੱਚ ਦੁਨੀਆ, ਦੁਨੀਆ ਵਿੱਚ ਰੱਬ ਹੈ, ਪੂਰ ਰਹੇ ਹੋ ਸਮਝਾਈ। ਉਹਦੇ ਸਾਰੀਆਂ ਥਾਵਾਂ ਤੇ ਹੈ। ਫੇਰ ਬੰਦਾ ਕਹਿੰਦਾ ਹੈ ਆ ਜੀ ਕਲ ਯੁੱਗ ਹੈ, ਲੋਕ ਮਾੜੇ ਹੋ ਗਏ, ਜ਼ਮਾਨਾ ਬੁਰਾ ਹੋ ਗਿਆ। ਜਦੋਂ ਮੈਂ ਵੀ ਕਹਿਣਾ, ਸਾਰੇ ਕਹਿੰਦੇ ਆ, ਤੇ ਜਦੋਂ ਮਨੁੱਖ ਇਹ ਗੱਲ ਕਹਿੰਦਾ ਨਾ ਵੀ ਕਲ ਯੁੱਗ ਹੋ ਗਿਆ, ਬਹੁਤ ਬੁਰਾ ਦੌਰ ਆ ਗਿਆ, ਉਦੋਂ ਬੰਦਾ ਨਾ ਕਿਤੇ ਫੀਲਿੰਗ ਸਤਜੁਗ ਵਾਲੀ ਲੈਂਦਾ ਹੁੰਦਾ ਵੀ ਮੈਂ ਥੋੜੀ ਇਹੋ ਜਿਹਾ, ਲੋਕ ਇਹੋ ਜਿਹੇ ਆ, ਲੋਕ ਬੇਈਮਾਨ ਹੋ ਗਏ, ਮੈਂ ਹੀ ਗੁਰਮੁਖ ਪਿਆਰਾ, ਲੋਕ ਝੂਠ ਬੋਲਦੇ ਆ, ਸੱਚ ਦਾ ਪੁਜਾਰੀ ਤੇ ਮੈਂ ਆ। ਗੁਰੂ ਨਾਨਕ ਸਾਹਿਬ ਜੀ ਵੱਲ ਵੇਖੋ, ਜਦੋਂ ਬਾਣੀ ਉਚਾਰਦੇ ਆ ਨਾ, ਜੇ ਭੱਟਾਂ ਨੇ ਬਾਣੀ ਉਚਾਰਨ ਕੀਤੀ ਹੈ, ਗੁਰੂ ਸਾਹਿਬਾਂ ਨੇ ਬਾਣੀ ਉਚਾਰਨ ਕੀਤੀ ਹੈ, ਉਹਨਾਂ ਦੀ ਨਿਮਰਤਾ ਪਤਾ ਕਿੰਨੀ ਹੈ। ਉਹਨਾਂ ਇਹ ਨਹੀਂ ਕਿਹਾ ਵੀ ਤੂੰ ਚੋਰ ਹੈ, ਕੀਤਾ ਨਾ ਜਾਤਾ ਮੈਂ ਹਰਾਮ ਖੋਰ। ਕਿੱਡੇ ਖਤਰਨਾਕ ਬਚਨ ਨੇ। ਕਹਿੰਦੇ ਰੱਬਾ ਮੇਰਿਆ ਮੈਂ ਤੇ ਤੇਰਾ ਕੀਤਾ ਜਾਣਦਾ ਹੀ ਨਹੀਂ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ
ਸਭੇ ਹੋਈ। ਸਾਡੇ ਚੋਂ ਕਹਿੰਦਾ ਕੋਈ ਵੀ ਮੇਰੇ ਚ ਔਗਣ ਹੈ ਜੀ, ਮੇਰੇ ਚ ਕਮੀ ਹੈ ਜੀ? ਨਾ, ਸਾਹਿਬ ਕਹਿੰਦੇ ਆ ਤੇਰਾ ਕੀਤਾ ਮੈਥੋਂ ਜਾਣਿਆ ਹੀ ਨਹੀਂ ਗਿਆ ਰੱਬਾ ਮੇਰਿਆ, ਮੇਰੇ ਚ ਔਗਣ ਬੜੇ ਨੇ, ਮੈਂ ਤਾਂ ਨਹੀਂ ਜਾਣ ਸਕਿਆ। ਆ ਨਿਮਰਤਾ ਗੁਰੂ ਨਾਨਕ ਪਾਤਸ਼ਾਹ ਦੀ ਹੈ। ਉਹਨਾਂ ਚ ਆਪ ਨਿਮਰਤਾ ਨਾ, ਮਿਠਾਸ ਹੈ, ਤਾਂ ਦੂਜੇ ਨੂੰ ਕਹਿੰਦੇ ਆ ਤੂੰ ਅੰਨਾ ਹੈ। ਇੱਥੇ ਕਈ ਵਾਰ ਅਸੀਂ ਦੂਜੇ ਨੂੰ ਕਹਿੰਦੇ ਤੂੰ ਅੰਨਾ, ਤੈਨੂੰ ਦੇਖਦਾ ਨਹੀਂ, ਕਈ ਵਾਰ ਆਪ ਹੀ ਡਿੱਗ ਜਾਈਦਾ। ਅਗਲਾ ਕਹਿੰਦਾ ਤੂੰ ਬੜਾ ਸਜਾ, ਤੂੰ ਕਿਉਂ ਡਿੱਗਾ ਹੁਣ? ਭਾਈ ਜਿਹਦੇ ਕੋਲ ਗਿਆਨ ਹੈ ਨਾ, ਉਹੀ ਕਿਸੇ ਨੂੰ ਸਮਝਾ ਸਕਦਾ ਹੈ। ਹੁਣ ਐਡੇ ਵੱਡੇ ਰੁਕਨਦੀਨ ਅਰਬੀ ਦੇ ਆਲਮ ਫਾਜ਼ਲ ਨੇ, ਮੱਕਾ ਸ਼ਰੀਫ ਦੇ ਵਿੱਚ ਵੱਡਾ ਰੁਤਬਾ ਏ। ਗੁਰੂ ਬਾਬਾ ਜੀ ਕਹਿੰਦੇ ਤੁਹਾਡੇ ਪੱਲੇ ਕੱਖ ਨਹੀਂ, ਤੁਸੀਂ ਤੇ ਉਲਝੇ ਫਿਰਦੇ ਹੋ ਪੱਖਪਾਤ ਵਿੱਚ, ਤੁਸੀਂ ਤੇ ਰੱਬ ਦੀ ਬਣਾਈ ਹੋਈ ਕਾਇਨਾਤ ਵਿੱਚ ਇੱਕ ਦੂਜੇ ਨਾਲ ਨਫ਼ਰਤ ਰੱਖਦੇ ਹੋ। ਸੁਣ ਕਰ ਉੱਚੇ ਬਚਨ ਕੋ ਬੂਝਣ ਲੱਗੇ ਈਮਾਨ। ਕਹਿੰਦੇ ਜਦੋਂ ਸਤਿਗੁਰਾਂ ਦੇ ਉੱਚੇ ਬਚਨਾਂ ਨੂੰ ਸੁਣਿਆ ਨਾ, ਉਹ ਫਿਰ ਪੁੱਛਦੇ ਆ ਸਵਾਲ। ਭਾਈ ਗੁਰਦਾਸ ਇਸ ਮੁਲਾਕਾਤ ਨੂੰ ਇੱਕ ਸ਼ਬਦ ਵਿੱਚ ਲਿਖਦੇ ਆ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਅੱਗੋਂ ਜਵਾਬ ਕੀ ਹੈ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਗੁਰੂ ਸਾਹਿਬ ਨੇ ਤੇ ਗੱਲ ਹੀ ਨਿਬੇੜ ਦਿੱਤੀ। ਹੁਣ ਇਹਦਾ ਉਲੱਥਾ ਆ ਗਿਆ ਇੱਥੇ, ਇਸ ਸ਼ਬਦ ਦਾ ਉਲੱਥਾ ਹੈ। ਗੁਰੂ ਨਾਨਕ ਸਾਹਿਬ ਨੂੰ ਫਿਰ ਇਮਾਮ ਪੁੱਛਦਾ ਹੈ। ਇਮਾਮ ਜੋ ਉਸ ਮਸਜਿਦ ਦਾ ਮੁਖੀਆ ਹੋਵੇ, ਰੁਕਨਦੀਨ ਇਮਾਮ ਹੈ, ਧਰਮ ਦਾ ਵੱਡਾ, ਜਿਵੇਂ ਸਾਡੇ ਪੰਥ ਵਿੱਚ ਸਭ ਤੋਂ ਵੱਡਾ ਰੁਤਬਾ ਕਿਹਦਾ ਮੰਨਿਆ ਜਾਂਦਾ ਹੈ? ਕੌਮ ਦੇ ਵਿੱਚ 5 ਜਥੇਦਾਰਾਂ ਦਾ। ਇੱਧਰ ਉੱਧਰ ਵਾਲਿਆਂ ਵੱਲ ਨਾ ਵੇਖੋ ਜਿਹੜੇ ਹੁਣ ਤੁਰੇ ਫਿਰਦੇ ਆ, ਮਤਲਬ ਗੁਰੂ ਕਲਗੀਧਰ ਨੇ ਸਾਚੇ ਆ। 5 ਤਖਤਾਂ ਦੇ 5 ਜਥੇਦਾਰ, 5 ਪਿਆਰੇ, ਵੱਡਾ ਰੁਤਬਾ ਨਾ। ਅੱਜ ਵੀ 5 ਪਿਆਰੇ ਹੁਕਮ ਕਰਨ ਮੰਨਿਆ ਜਾਂਦਾ, ਸਿਰ ਮੱਥੇ ਹੈ। ਤੇ ਇਸਲਾਮ ਦੇ ਵਿੱਚ ਸਭ ਤੋਂ ਵੱਡੇ ਇਮਾਮ ਹੁੰਦੇ ਆ। ਜੇ ਉੱਥੋਂ ਦਾ ਰਾਸ਼ਟਰਪਤੀ ਆਖੇ ਬੰਦੇ ਨੂੰ ਸੂਲੀ ਚਾੜਦੇ ਹੋ, ਤੇ ਇਮਾਮ ਆਖੇ ਵੀ ਸ਼ਰਅ ਦੇ ਮੁਤਾਬਕ ਤੁਸੀਂ ਚਾੜਦੇ ਹੋ, ਪਰ ਮੈਂ ਕਹਿਣਾ ਇਹਨੂੰ ਬਖਸ਼ ਦਿਓ, ਸੂਲੀ ਨਹੀਂ ਲੱਗੇਗੀ। ਜਿਵੇਂ ਡੈਮੋਕ੍ਰੇਸੀ ਵਿੱਚ ਰਾਸ਼ਟਰਪਤੀ ਹੁੰਦਾ ਹੈ, ਇੱਥੇ ਸੁਪਰੀਮ ਕੋਰਟ ਕਿਸੇ ਨੂੰ ਫਾਂਸੀ ਦੀ ਸਜ਼ਾ ਦੇ ਦੇ, ਬੜਿਆਂ ਨੂੰ ਦਿੱਤੀ ਜਾਂਦੀ ਹੈ। ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਜਾਂਦੀ, ਜੇ ਉਹ ਰਿਜੈਕਟ ਕਰ ਦੇ ਤੇ ਫਾਂਸੀ ਲੱਗੂ। ਜੇ ਉਹ ਆਖੇ, ਉਹ ਚਾਹੇ, ਉਮਰ ਕੈਦ ਵਿੱਚ ਤਬਦੀਲ ਕਰ ਸਕਦਾ। ਸੁਪਰੀਮ ਕੋਰਟ ਦਾ ਮਾਂਜਿਆ ਵੀ ਰਾਸ਼ਟਰਪਤੀ ਵਜਾ ਸਕਦਾ, ਕਿਉਂਕਿ ਉਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਰਾਸ਼ਟਰਪਤੀ ਤੇ। ਇਸੇ ਤਰ੍ਹਾਂ ਧਰਮ ਦੇ ਵਿੱਚ ਇਮਾਮ ਹੁੰਦਾ ਹੈ। ਹੁਣ ਇਸਲਾਮ ਦਾ ਇਮਾਮ ਕਹਿੰਦਾ ਜੀ ਮੈਨੂੰ ਇਸ ਗੱਲ ਦਾ ਜਵਾਬ ਦਿਓ, ਤੁਹਾਡੇ ਬਚਨ ਮੈਨੂੰ ਚੰਗੇ ਲੱਗੇ। ਕਿਤੇ ਨਾ ਕਿਤੇ ਅੰਦਰੋਂ ਐਗਰੀ ਨੇ ਉਹ ਵੀ ਗੱਲਾਂ ਤੇ ਸੱਚੀਆਂ ਨੇ, ਪਰ ਗੈਰ ਮੁਸਲਮਾਨ ਦੀ ਵੱਡੀ ਗੱਲ ਨੂੰ ਅਸੀਂ ਵੱਡੀ ਕਿਵੇਂ ਕਹਿ ਦਈਏ? ਆਖੋ ਸਤਿਨਾਮ। ਇਹ ਵੀ ਤੀਰਖਾ ਨਾ। ਮੇਰੇ ਵਰਗਾ ਅੰਮ੍ਰਿਤ ਛਕੀ ਫਿਰਦਾ, ਮੈਨੂੰ ਕੋਈ ਬੰਦਾ ਆ ਕੇ ਆਖੇ ਭਾਈ ਸਾਹਿਬ ਤੁਹਾਡੇ 'ਚ ਗਲਤੀ ਹੈ, ਤੇ ਮੈਂ ਪਹਿਲਾਂ ਪਤਾ ਕੀ ਕਹੂੰਗਾ? ਤੂੰ ਵੱਡਾ ਗਿਆਨੀ ਬਣਿਆ, ਅੰਮ੍ਰਿਤ ਛਕਿਆ? ਮੈਨੂੰ ਤੇ 16 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਤੂੰ ਗਾਉਣਾ ਓਏ? ਹੋਊਗਾ ਨਾ ਕਿਤੇ ਨਾ ਕਿਤੇ। ਪਰ ਇਹ ਨਹੀਂ ਹੈ ਵੀ ਜੇ ਮੈਂ ਗੁਰੂ ਨਾਲ ਜੁੜਿਆ ਵੀ ਮੇਰੀ ਗੱਲ ਵੱਡੀ ਆ। ਹੋ ਸਕਦਾ ਹੈ ਕੋਈ ਵੱਡਾ ਮੇਥੋਂ ਸਿਆਣਾ ਵੀ ਹੋਵੇ। ਗੱਲ ਉਮਰਾਂ ਦੀ ਵੀ ਨਹੀਂ ਹੁੰਦੀ, ਗੱਲ ਸਿਆਣਪ ਦੀ ਹੁੰਦੀ ਹੈ। ਕਿਤੇ ਅਸੀਂ ਆਪਣੀ ਗਲਤੀ 'ਚ ਤੁਰੇ ਫਿਰਦੇ ਹੋਈਏ, ਕੋਈ ਸ਼ਬਦ ਹੀ ਗਲਤ ਪੜ੍ਹੀ ਜਾਈਏ, ਕੋਈ ਗੱਲ ਹੀ ਗਲਤ ਬੋਲੀ ਜਾਈਏ, ਪਰ ਸਿਆਣੇ ਨੇ ਦੱਸੀ ਤੇ ਮੰਨ ਲੈਣੀ ਚਾਹੀਦੀ ਹੈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਬੇਸ਼ੱਕ ਮੁਸਲਮਾਨ ਨਹੀਂ, ਪਰ ਇਮਾਮ ਨੇ ਵੇਖਿਆ ਵੀ ਗੱਲਾਂ ਸੋਹਣੀਆਂ ਕਰਦੇ ਨੇ, ਕੁਝ ਸਿੱਖਣ ਨੂੰ ਮਿਲੂਗਾ। ਬਹਿਸ ਕਰੀਏ ਇਹਨਾਂ ਤੋਂ, ਇਹਨਾਂ ਦੇ ਮੂੰਹ ਤੋਂ ਬਹਾਉਣਾ ਹੈ ਵੀ ਮੁਸਲਮਾਨ ਵੱਡਾ ਹੈ। ਆਖੋ ਸਤਿਨਾਮ। ਵੀ ਜਦੋਂ ਗੈਰ ਧਰਮ ਦਾ ਵੱਡਾ ਕਹੂ ਮੁਸਲਮਾਨ ਵੱਡਾ ਤੇ ਗੱਲ ਬਣ ਜੂ, ਜੇ ਨਹੀਂ ਕਹੂ ਫਿਰ ਇਹਦਾ ਮਤਲਬ ਇਹ ਮੁਸਲਮਾਨ ਨਹੀਂ ਹੈ, ਸਜ਼ਾ ਲਾਵਾਂਗੇ। ਵੀ ਤੁਸੀਂ ਇੱਥੇ ਕਿਵੇਂ ਕਾਨੂੰਨ ਤੋੜ ਕੇ ਆ ਗਏ ਬਈ? ਇੱਥੇ ਤੇ ਮੁਸਲਮਾਨ ਤੋਂ ਬਿਨਾਂ ਆ ਨਹੀਂ ਸਕਦਾ। ਗੁਰੂ ਬਾਬਾ ਜੀ ਨੂੰ ਬੜੇ ਅਦਬ ਨਾਲ ਮਿੱਠੇ ਬੋਲਾਂ ਦੇ ਵਿੱਚ, ਕਿਉਂਕਿ ਇਹ ਮਿੱਠੇ ਬੋਲਾਂ 'ਚ ਜ਼ਹਿਰ ਹੈ। ਮਤਾ ਸਮਝੋ ਵੀ ਉਹ ਝੁਕ ਗਏ ਨੇ, ਸਤਿਗੁਰ ਆ ਗਏ, ਉਹ ਨਿਮਰਤਾ 'ਚ ਆ ਗਏ। ਨਹੀਂ, ਕਈ ਵਾਰ ਨਾ ਕਿਸੇ ਦੀਆਂ ਮਿੱਠੀਆਂ ਗੱਲਾਂ ਦੇ ਪਿੱਛੇ ਵੀ ਨਫ਼ਰਤ ਕੰਮ ਕਰਦੀ ਹੁੰਦੀ ਹੈ, ਧਿਆਨ ਰੱਖਿਓ। ਹਰ ਹੱਥ ਮਿਲਾਉਣ ਵਾਲਾ ਯਾਰ ਨਹੀਂ ਹੈ, ਮਿੱਠਾ ਬੋਲਣ ਵਾਲਾ ਯਾਰ ਨਹੀਂ ਹੈ। ਦੁਨੀਆ 'ਚ ਜਿਹਨੂੰ ਮਰਜ਼ੀ ਪਰਖ ਕੇ ਵੇਖੋ, ਹਰ ਬੰਦਾ ਆਪਣੀ ਔਕਾਤ ਵਿਖਾ ਜਾਂਦਾ ਹੈ, ਹਰ ਬੰਦਾ। ਪਰ ਵਿਰਲੇ ਮਿਲਣਗੇ ਤੁਹਾਨੂੰ ਜਿਹੜੇ ਅੰਦਰੋਂ ਬਾਹਰੋਂ ਇੱਕ। ਜਦੋਂ ਉਹ ਇਮਾਮ ਅੰਦਰੋਂ ਤੇ ਭੁੱਜਿਆ ਪਿਆ, ਸੜਿਆ ਪਿਆ ਵੀ ਸਾਨੂੰ ਕਹਿੰਦੇ ਤੁਹਾਡਾ ਪੈਗੰਬਰ ਨਰਕਾਂ ਨੂੰ ਜਾਓ, ਤੁਸੀਂ ਨਰਕਾਂ ਨੂੰ ਜਾਓਗੇ। ਸੋਚੋ ਤੇ ਸਹੀ, ਉਹਨਾਂ ਦੇ ਅੰਦਰ ਕਿਹੋ ਜਿਹੀ ਭਾਂਬੜ ਮੱਚਦੀ ਹੋਣੀ। ਉਤੋਂ ਮਿੱਠੀਆਂ ਗੱਲਾਂ ਕਰਦੇ ਨੇ। ਹਿੰਦੂ ਵੱਡਾ ਕੀ ਤੁਰਕ ਹੈ,
ਕਰੀਏ ਆਪ ਵਖਾਨ। ਕਹਿੰਦੇ ਫਕੀਰ ਜੀ ਤੁਹਾਡੀਆਂ ਗੱਲਾਂ ਬਚਨ ਬੜੇ ਚੰਗੇ ਲੱਗੇ, ਕਿਰਪਾ ਕਰਕੇ ਦੱਸੋ ਆ ਮਿੱਠੀ ਬੋਲੀ ਤਾਂ ਬੋਲੀ ਵੀ ਸਾਡੇ ਹੱਕ 'ਚ ਬੋਲਣ। ਫਿਰ ਲਿਖ ਕੇ ਟੰਗ ਦਿਆਂਗੇ ਕੰਧ ਤੇ ਵੀ ਫਲਾਣਾ ਫਕੀਰ ਆਇਆ ਸੀ, ਉਹ ਵੀ ਕਹਿ ਗਿਆ ਤੁਹਾਡਾ ਧਰਮ ਵੱਡਾ। ਐਗਜ਼ਾਮਪਲਾਂ ਰੱਖਦੇ ਆ ਲੋਕੀ, ਜਿਵੇਂ ਆਪਾਂ ਅੱਜ ਦੇ ਸਮੇਂ ਕਹਿ ਦਈਏ ਕਿਸੇ ਬੋਧੀ ਨੇ ਆ ਕੇ ਦਰਬਾਰ ਸਾਹਿਬ ਮੱਥਾ ਟੇਕਿਆ, ਉਹਦੇ ਬਾਰੇ ਸ਼ਬਦ ਹੋਣ ਤੇ ਆਪਾਂ ਸ਼ੇਅਰ ਨਹੀਂ ਕਰਦੇ। ਕੋਈ ਮੁਸਲਮਾਨ ਵੀਰ ਆਖੇ ਵੀ ਜਫਰਨਾਮਾ ਪੜਿਆ ਕਰੋ, ਜਾਪ ਸਾਹਿਬ ਪੜਿਆ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਨੂੰ ਸਕੂਨ ਦਿੰਦੀ ਹੈ। ਮੈਂ ਕਹਿੰਦਾ ਸਾਡੀ ਸਿੱਖ ਕੌਮ ਨੂੰ ਬੜਾ ਚਾਅ ਹੁੰਦਾ ਭੱਜ ਕੇ ਸ਼ੇਅਰ ਕਰਦੇ ਵੀ ਇੱਕ ਮੁਸਲਮਾਨ ਸਾਡੇ ਧਰਮ ਦੀ ਤਾਰੀਫ ਕਰਦਾ। ਇਹ ਸਾਰਾ ਕਿਤੇ ਹੁੰਦਾ। ਗੁਰੂ ਬਾਬਾ ਜੀ ਨੂੰ ਸਵਾਲ ਜਦੋਂ ਕਰਦਾ ਕਹਿੰਦਾ ਜੀ ਦੱਸੋ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ? ਹੱਸ ਪਏ ਮਹਾਰਾਜ ਸੁਣ ਕੇ ਵੀ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਆ। ਵੀ ਇੱਕ ਵਾਰ ਦੱਸੋ ਜੀ ਦੋਨਾਂ ਵਿੱਚੋਂ ਵੱਡਾ ਕੌਣ ਹੈ? ਕਲਾ ਦਿਖਾਏ ਵੱਡੀ ਤੈਂ ਪੂਰਬ ਕਿਨਹੁ ਨ ਕੀਨ। ਤੇ ਇੱਕ ਗੱਲ ਹੋਰ ਕਹਿਤੀ ਬੜੀ ਚਲਾਕੀ ਨਾਲ, ਇਹ ਬੜੇ ਡੂੰਘੇ ਪੁਆਇੰਟ ਨੇ। ਕਹਿੰਦੇ ਤੁਸੀਂ ਬੜੀ ਵੱਡੀ ਕਰਾਮਾਤ ਵਿਖਾਈ ਹੈ, ਕਾਬਾ ਆਪਣੀ ਥਾਂ ਤੋਂ ਹਿਲਾਤਾ, ਤੁਹਾਡੇ ਤੋਂ ਪਹਿਲਾਂ ਅੱਜ ਤੱਕ ਕਿਸੇ ਨੇ ਕਰਾਮਾਤ ਨਹੀਂ ਦਿਖਾਈ। ਇਹ ਕੀ ਹੈ ਜੀ? ਸਮਝ ਰਹੇ ਹੋ? ਪੰਜਾਬੀ ਦਾ ਭਾਵ ਮਿੱਠੀ ਗੋਲੀ। ਵੀ ਇੰਨੀ ਕੁ ਤਾਰੀਫ ਕਰਦੇ ਹੋ, ਇੰਨਾ ਕੁ ਪੰਪ ਦੇ ਦਿਓ, ਫਕੀਰ ਕਹਿਣਗੇ ਲੈ ਮੁਸਲਮਾਨ ਵੱਡੇ ਆ ਬਈ। ਜਿਵੇਂ ਸਾਡੇ ਵਾਲਾ ਲਾਣਾ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ। ਅਸੀਂ ਜਿਹਦੇ ਕੋਲ ਬੈਠਣਾ ਉਸੇ ਨੂੰ ਕਹਿਣਾ ਮਹਾਨ ਹੈ, ਬ੍ਰਹਮ ਗਿਆਨੀ ਹੈ, ਵੱਡਾ ਹੈ, ਪੂਰਾ ਹੈ। ਭਾਵੇਂ ਸਾਰਾ ਮਹੱਲਾ ਤੇ ਕੋਲ ਬੈਠੇ ਵੀ ਜਾਣਦੇ ਵੀ ਠੱਗ ਹੈ, ਫਲਾਣੇ ਦੀ ਗੱਡੀ ਨਹੀਂ ਛੱਡੀ ਹੈ, ਫਲਾਣੇ ਦੀ ਕੋਠੀ ਤੇ ਕਬਜ਼ਾ ਕੀਤਾ ਹੈ। ਪਰ ਜਾਣ ਵਾਲਾ ਤੇ ਪੁਲ ਬੰਨ ਦਿੰਦਾ ਸਿਫਤਾਂ ਤੇ। ਕੋਈ ਬੰਦਾ ਮਰ ਜੇ ਜੀ, ਮਰਨਾ ਤੇ ਸਾਰਿਆਂ ਨੇ। ਮੈਨੂੰ ਅੱਜ ਤੱਕ ਕਦੇ ਕੋਈ ਇਹੋ ਜਿਹਾ ਭੋਗ ਨਹੀਂ ਲੱਭਿਆ, ਇਸੇ ਕਰਕੇ ਘੱਟ ਜਾਈਦਾ ਹੈ। ਬਹੁਤ ਚੱਲਦੇ ਆ ਵੀ ਉੱਥੇ ਜਾ ਕੇ ਝੂਠ ਬੋਲਣਾ ਪੈਂਦਾ ਹੈ। ਮੈਂ ਕਹਿੰਦਾ ਸਾਰੇ ਪਿੰਡ ਨੇ ਉਸ ਬੰਦੇ ਤੋਂ ਸਹੁੰ ਖਾਧੀ ਹੋਵੇ ਵੀ ਇਹ ਨਸ਼ੇੜੀ ਹੈ, ਇਹ ਮਾੜਾ ਹੈ, ਮਰ ਗਿਆ ਸ਼ੁਗਰ ਹੋ ਗਿਆ। ਤੇ ਜਿਹੜੇ ਪ੍ਰਚਾਰਕ ਹੁੰਦੇ ਆ ਨਾ ਫਿਰ ਕੀ ਕਹਿੰਦੇ ਉੱਥੇ, ਲਓ ਜੀ ਇਹ ਤੇ ਪਰਉਪਕਾਰੀ ਬੰਦਾ ਸੀ, ਇਹਦੇ ਤੇ ਮਰਿਆ ਘਾਟਾ ਪੈ ਗਿਆ ਜੀ, ਇਹ ਤੇ ਬਹੁਤ ਵੱਡਾ ਗੁਰਮੁਖ ਸੀ। ਉਹ ਤੇ ਜ਼ਿੰਦਗੀ ਭਰ ਕਦੇ ਗੁਰਦੁਆਰੇ ਤੋਂ ਕੇ ਕੱਟਾ ਲੈ ਕੇ ਨਹੀਂ ਲੰਘਿਆ ਪਿੰਡ 'ਚ। ਤੇ ਤੁਸੀਂ ਕਹਿੰਦੇ ਗੁਰੂ ਘਰ ਦਿਨ ਰਾਤ ਸੇਵਾ ਕਰਦਾ ਸੀ। ਆਖੋ ਸਤਿਨਾਮ। ਬੋਲ ਪੁੰਜੇ ਨਹੀਂ ਸੀ ਡਿੱਗਣ ਦਿੰਦਾ। ਬਹੁਤ ਚੰਗੀ ਰੂਹ ਸੀ ਮਹਾਰਾਜ, ਕਿਰਪਾ ਕਰਿਓ ਚਰਨਾਂ 'ਚ ਨਿਵਾਸ ਦੇ ਦਿਓ। ਪਰ ਮੈਂ ਹਮੇਸ਼ਾ ਰੱਬ ਤੋਂ ਡਰ ਕੇ ਕਹਿੰਦਾ ਕੋਸ਼ਿਸ਼ ਕੀਤੀ ਗੁਰੂ ਦੀ ਹਜ਼ੂਰੀ 'ਚ ਕਿਸੇ ਦੀ ਸਿਫਤ ਨਾ ਕਰਨਾ। ਧਰਮ ਦਾ ਫਾਇਦਾ ਹੀ ਇਹ ਹੈ, ਬੰਦਿਆਂ ਦੀਆਂ ਤਾਰੀਫਾਂ ਕਰਕੇ ਇੱਥੋਂ 4 ਪੈਸੇ ਇਕੱਠੇ ਕਰ ਲਾਂਗੇ। ਜਦੋਂ ਧਰਮਰਾਜ ਨੇ ਗੱਲ ਪੱਲਾ ਪਾਇਆ ਨਾ ਵੀ ਪੁੱਤ ਆ ਜਾ ਇੱਧਰ, ਕਿਹੜੇ ਕਿਹੜੇ ਗੁਰਮੁਖਾਂ ਨੂੰ ਤੂੰ ਮਹਾਨ ਕਹਿੰਦਾ ਸੀ, ਇੱਧਰ ਆ, ਕਿਹੜੇ ਪਾਸੇ ਤੋਂ ਮਹਾਨ ਸੀ, ਲੇਖਾ ਜਾਨ ਕੱਲੀ ਨੂੰ ਦੇਣਾ ਪੈਣਾ। ਕਿਉਂਕਿ ਧਰਮ ਦੀ ਥਾਂ ਤੇ ਬੋਲੇ ਬੋਲ। ਅੱਜ ਅਸੀਂ ਕਿਸੇ ਦੀ ਨਿੰਦਿਆ ਕਰਦੀ, ਕਿਸੇ ਨੂੰ ਮਾੜਾ ਕਹਿਦੀ, ਤੁਸੀਂ ਹੱਸ ਕੇ ਚਲੇ ਜਾਓਗੇ, ਲੇਖਾ ਤੇ ਸਾਨੂੰ ਦੇਣਾ ਪੈਣਾ। ਜਿਹਨੇ ਬੋਲਿਆ ਕਿਉਂ ਬੋਲਿਆ, ਨਾਲੇ ਕਹਿੰਦੇ ਪਲ ਪਲ ਦਾ ਲੇਖਾ ਹੁੰਦਾ ਹੈ, ਘੜੀ ਘੜੀ ਦਾ ਸਾਹ ਸਾਹ ਦਾ ਹੁੰਦਾ ਹੈ। ਤੇ ਫਿਰ ਡਰ ਕਿਉਂ ਨਹੀਂ ਹੈ ਰੱਬ ਦਾ? ਗੁਰੂ ਨਾਨਕ ਸਾਹਿਬ ਜੀ ਨੂੰ ਉਹ ਬੜੀ ਤਰੀਕੇ ਨਾਲ ਕਹਿੰਦੇ ਤੁਹਾਡੇ ਤੋਂ ਬਿਨਾਂ ਕਿਸੇ ਨੇ ਕਾਬਾ ਨਹੀਂ ਹਿਲਾਇਆ। ਤਾਂ ਜੋ ਇਹ ਫਕੀਰ ਸਿਫਤ ਸਾਡੀ ਸੁਣ ਕੇ ਵੀ ਇੱਕ ਇਮਾਮ ਮੇਰੀ ਸਿਫਤ ਕਰਦਾ, ਮੈਂ ਕਹਿ ਦਿਆਂ ਜੀ ਇਸਲਾਮ ਬਹੁਤ ਵੱਡਾ ਹੈ। ਕਈ ਵਾਰ ਨਾ ਇਹੋ ਜਿਹੇ ਹਾਲਾਤਾਂ ਵਿੱਚ ਆ ਕੇ ਸੱਚਾ ਬੰਦਾ ਵੀ ਸੱਚ ਬੋਲਣ ਤੋਂ ਰਹਿ ਜਾਂਦਾ ਹੈ। ਆਪਾਂ ਕਰਦੇ ਆ ਨਾ ਆਮ ਗੱਲ, ਅਗਲਾ ਕਹਿੰਦਾ ਤੂੰ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਏਦਾਂ ਕੀਤਾ ਸੀ? ਕਹਿੰਦਾ ਵੇਖੋ ਉਹ ਮੇਰਾ ਰਿਸ਼ਤੇਦਾਰ ਆ, ਜੇ ਮੈਂ ਬੋਲ ਦਿੰਦਾ ਨਾ ਉਹਦਾ ਦਿਲ ਦੁੱਖ ਜਾਣਾ ਸੀ। ਤੇ ਫਿਰ ਅਗਲਾ ਬਾਅਦ ਚੋਂ ਕੀ ਕਹਿੰਦਾ? ਵਕਤ ਲੰਘ ਜਾਂਦਾ। ਸੱਚੀ ਗੱਲ ਕਹਿ ਦਿਓ, ਰਿਸ਼ਤਾ ਕੱਲ ਟੁੱਟਦਾ ਅੱਜ ਟੁੱਟ ਜੇ, ਕੋਈ ਫਰਕ ਨਹੀਂ। ਜਿਹਨੇ ਟੁੱਟਣਾ ਹੀ ਹੈ ਉਹਨੇ ਟੁੱਟਣਾ ਹੀ ਹੈ, ਉਹ ਜੁੜਦਾ ਨਹੀਂ ਹੈ। ਜੋ ਆਪਣਾ ਉਹਨੇ ਦੂਰ ਨਹੀਂ ਜਾਣਾ, ਜੋ ਦੂਰ ਆ ਉਹ ਕਦੇ ਆਪਣਾ ਬਣਿਆ ਹੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਬੜਾ ਪੁਚਕਾਰ ਕੇ ਸ਼ਬਦ ਕਿਹਾ ਵੀ ਕਿਰਪਾ ਕਰਕੇ ਫਕੀਰ ਜੀ ਦੱਸੋ, ਸਿਫਤ ਕਰਤੀ ਨਾ ਵੀ ਤੁਸੀਂ ਕਰਾਮਾਤ ਵਰਤਾਈ, ਤੁਸੀਂ ਕਾਬਾ ਹਲਾਤਾ। ਮੈਂ ਕਹਿੰਦਾ ਕੋਈ ਹੋਰ ਹੁੰਦਾ ਨੇ ਕਹਿਣਾ ਲੈ ਯਾਰ ਆਪਣੀ ਇੰਨੀ ਇੱਜ਼ਤ ਕਰਦੇ, ਆਪਾਂ ਕਿਉਂ ਕਹੀਏ ਇਹਨਾਂ ਨੂੰ ਬੁਰਾ, ਇਹਨਾਂ ਦੇ ਪਖੰਡ ਤੇ ਵੀ ਪਰਦਾ ਪਾਓ। ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਖੂਬ ਹੱਸੇ, ਕਹਿੰਦੇ ਇਮਾਮ ਸਾਹਿਬ ਦੁਬਾਰਾ ਬੋਲੋ। ਕਹਿੰਦੇ ਜੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਕਿਤਾਬ ਪੜ੍ਹ ਕੇ ਦੱਸੋ ਆਪਣੀ, ਕਿਉਂਕਿ ਮਹਾਰਾਜ ਕੋਲ ਇੱਕ ਕਿਤਾਬ ਹੈ, ਇਸਲਾਮ ਵਾਲੇ ਕਿਤਾਬ ਕਹਿੰਦੇ ਆ, ਸਤਿਗੁਰਾਂ ਕੋਲ ਸੀ ਪੋਥੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਪੋਥੀ ਪ੍ਰਕਾਸ਼ ਕਰ ਲਈ। ਚਰਨ ਸੰਗ ਕਬ ਫਿਰਿਓ ਮਹਿਮਾ ਜਾਨੀ ਪੀਨ। ਹੁਣ ਗੁਰੂ ਨਾਨਕ ਸਾਹਿਬ ਜਦੋਂ ਕਿਤਾਬ ਵੇਖਦੇ ਆ, ਲਿਖਣਾ ਉਹ 'ਚ ਕੀ ਉਹ ਤੇ ਆਪ ਰੱਬ ਨੇ, ਉਦੋਂ ਬੈਠੇ ਵੀ ਇਮਾਮ ਸਿਫਤਾਂ ਕਰਦੇ ਆ, ਕਹਿੰਦੇ ਧੰਨ ਨੇ ਜੀ ਇਹਨਾਂ ਨੇ ਤੇ ਚਰਨਾਂ ਨਾਲ ਕਾਬਾ ਹਲਾਤਾ। ਅੰਦਰ ਦੁੱਖ ਹੈ ਇਸ ਗੱਲ ਦਾ
ਵੀ ਇਹ ਕੌਣ ਹੈ ਜਿਹਨੇ ਸਾਡੇ ਰਸੂਲ ਦੇ ਘਰ ਨੂੰ ਪੈਰਾਂ ਨਾਲ ਹਿਲਾਉਣਾ। ਨਫ਼ਰਤ ਉੱਤੋਂ ਕੀ ਹੈ, ਕਹਾ ਲਈਏ, ਆਪਣੇ ਹੱਕ 'ਚ ਬੁਲਾ ਲਈਏ। ਤੇ ਗੁਰੂ ਬਾਬਾ ਜੀ ਕਿਤਾਬ ਖੋਲ ਕੇ ਨਾ ਪੜ੍ਹ ਕੇ ਹੱਸ ਕੇ ਬੰਦ ਕਰਦੀ। ਭਾਈ ਬਾਲਾ ਜੀ ਦੱਸਦੇ ਆ, ਕਹਿੰਦੇ ਉਦੋਂ ਮੇਰੇ ਸਾਹਿਬ ਜੀ ਗਰਜਵੀ ਆਵਾਜ਼ 'ਚ ਬੋਲੇ ਨੇ, ਕਬਿਤ ਐਸੋ ਸੁਣ ਬੈਨ ਬੋਲੇ ਗੁਰੂ, ਗੁਣ ਐਨ ਤਬ ਪੰਚ ਤਤ ਸਾਜੇ ਸਭ ਦੇ ਇੱਕ ਸਾਰ ਹੀ। ਮਰਦ ਕਹਿੰਦੇ ਵੇਖੋ ਭਾਈ ਆ ਸਰੀਰ ਕਿੰਨੇ ਤੱਤਾਂ ਤੋਂ ਬਣਿਆ ਹੈ। ਇਮਾਮ ਨੂੰ ਪੁੱਛਿਆ, ਕਹਿੰਦਾ ਜੀ 5। ਗੁਰੂ ਸਾਹਿਬ ਕਹਿੰਦੇ ਬਾਲਿਆ ਤੇਰਾ ਸਰੀਰ ਕਿੰਨੇ ਤੱਤਾਂ ਦਾ ਹੈ? ਕਹਿੰਦਾ ਜੀ 5। ਹੋਰ ਕੋਲ ਬੈਠੇ ਸੀ, ਤੇਰੇ ਸਰੀਰ 'ਚ ਕਿੰਨੇ ਤੱਤ ਨੇ? ਕਹਿੰਦੇ 5। ਮਰਦ ਕਹਿੰਦੇ ਇੱਕ ਹਿੰਦੂ ਦੇ ਸਰੀਰ ਵਿੱਚ ਵੀ 5 ਤੱਤ ਨੇ, ਅੱਗ, ਪਾਣੀ, ਹਵਾ, ਮਿੱਟੀ, ਆਕਾਸ਼। ਇੱਕ ਮੁਸਲਮਾਨ ਦੇ ਸਰੀਰ ਵਿੱਚ ਵੀ 5 ਤੱਤ ਹਨ। ਸਾਰੀ ਸ੍ਰਿਸ਼ਟੀ ਤੇ 25 ਪ੍ਰਕਿਰਤੀਆਂ ਕੰਮ ਕਰ ਰਹੀਆਂ। 25 ਪ੍ਰਕਿਰਤੀਆਂ, ਸ਼ਬਦ, ਸਪਰਸ਼, ਰੂਪ, ਰਸ, ਗੰਧ ਸਾਰਿਆਂ ਕੋਲੇ ਹੈ। ਮੁਸਲਮਾਨ ਕਿਹੜਾ ਕੰਨਾਂ ਨਾਲ ਸਾਹ ਲੈਂਦਾ, ਉਹ ਵੀ ਨੱਕ ਨਾਲ ਹੀ ਲੈਂਦਾ ਹੈ। ਬ੍ਰਾਹਮਣ ਵੀ ਨੱਕ ਨਾਲ ਲੈਂਦਾ, ਸਿੱਖ ਵੀ ਨੱਕ ਨਾਲ ਸਾਹ ਲੈ ਰਿਹਾ। ਅੱਖਾਂ ਸਾਰਿਆਂ ਦੀਆਂ ਦੇਖਦੀਆਂ, ਭਾਵੇਂ ਉਹ ਜੀਵ ਹੈ, ਜੰਤੂ ਹੈ, ਪਸ਼ੂ ਹੈ। ਕਦੇ ਕੋਈ ਇਹੋ ਜਿਹਾ ਜੀਵ ਵੇਖਿਆ ਅੱਜ ਤੱਕ ਵੀ ਉਹ ਅੱਖਾਂ ਨਾਲ ਨਹੀਂ ਵੇਖਦਾ, ਸਿਰਫ ਮੱਥੇ ਨਾਲ ਵੇਖਦਾ, ਗਰਦਨ ਨਾਲ ਵੇਖਦਾ, ਨੱਕ ਨਾਲ ਵੇਖਦਾ ਨਹੀਂ ਨਾ। ਹਾਂ, ਸੁੰਘਣ ਵਾਲੇ ਹੋ ਸਕਦੇ ਵੀ ਨੱਕ ਦੀ ਸੈਂਸ ਨਾਲ ਸੁੰਘ ਰਹੇ ਆ, ਆਵਾਜ਼ ਵੀ ਤੇ ਦ੍ਰਿਸ਼ ਵੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਬਚਨ ਆਖਿਆ ਨਾ, ਗੱਲ ਦੇਖੋ ਕਿੱਡੀ ਟਕਾ ਕੇ ਕੀਤੀ ਉਹਨਾਂ ਨੇ। ਕਹਿੰਦੇ ਕਿੰਨੇ ਤੱਤਾਂ ਤੋਂ? ਕਹਿੰਦੇ ਜੀ 5 ਤੋਂ। ਮਹਾਰਾਜ ਕਹਿੰਦੇ 5 ਤੱਤ ਕਰ ਸ੍ਰਿਸ਼ਟੀ ਸਾਜੀ, ਕੋਈ ਸੇਵਾ ਕਰੇ ਉਪਾਏ ਜੀਓ। ਬੰਦੇ ਦਾ ਕੀ ਬਣਾਇਆ? 5 ਤੱਤਾਂ ਤੋਂ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ। ਕਿਸੇ ਨੂੰ ਤਾਂ ਵੱਡਾ ਰੱਬ ਮੰਨੀਏ ਜੇ ਕੋਈ ਸੇਵਾ ਤੱਤ ਪੈਦਾ ਕਰਕੇ ਵਿਖਾਏ। ਆਖੋ ਸਤਿਨਾਮ। ਵੀ ਆ 6ਵੇਂ ਤੱਤ ਤੋਂ ਮੈਂ ਮਨੁੱਖ ਬਣਾ ਦਿਆਂਗਾ, ਹੈ ਕੋਈ ਅੱਜ ਤੱਕ? ਨਾ ਹੋਇਆ ਨਾ ਹੋਣਾ। ਕਿੰਨੀਆਂ ਖਰੀਆਂ ਗੱਲਾਂ ਗੁਰੂ ਸਾਹਿਬ ਸੁਣਾ ਰਹੇ ਆ ਜੀ। ਜਦੋਂ ਸਤਿਗੁਰਾਂ ਨੇ ਬਚਨ ਆਖੇ ਨਾ, ਇਮਾਮ ਚੁੱਪ ਹੋ ਗਿਆ, ਕੋਈ ਜਵਾਬ ਨਹੀਂ। ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੂਸੇ, क्रिया सम भई हाथ पाव के मजा रहे। ਸਾਹਿਬ ਕਹਿੰਦੇ ਸਾਰਿਆਂ ਦੇ ਸਰੀਰ ਵਿੱਚ ਨਸਾਂ ਨੇ, ਨਸਾਂ ਵਿੱਚ ਖੂਨ ਚੱਲਦਾ ਹੈ। ਮਿੱਟੀ ਤੋਂ ਬਣਿਆ ਹੋਇਆ ਸਰੀਰ ਹੈ। ਨੱਕ, ਕੰਨ, ਬਾਹਾਂ, ਪੈਰ, ਅੱਖ, ਗਲ, ਇਹ ਤੇ ਸਾਰਿਆਂ ਦੇ ਲੱਗਿਆ ਹੋਇਆ ਹੈ। ਹਿੰਦੂ ਦੀ ਮਿੱਟੀ ਅੱਗ 'ਚ ਸੜ ਜਾਂਦੀ ਹੈ ਤੇ ਮੁਸਲਮਾਨ ਦੀ ਕਬਰ 'ਚ। ਕਬਰਾਂ ਸੜਦੀਆਂ। ਇਸੇ ਕਰਕੇ ਕਿਹਾ ਸੀ ਨਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਘਰ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ। ਇਹਨਾਂ ਬਚਨਾਂ 'ਚ ਮਰਦ ਨੇ ਇਹੀ ਤੇ ਇਸ਼ਾਰਾ ਕੀਤਾ, ਜਲਦੀ ਪੁਕਾਰ ਕੀ ਕਰਦੇ? ਕਹਿੰਦੇ ਮੁਸਲਮਾਨ ਦੀ ਮਿੱਟੀ ਸੜਦੀ ਅੱਜ ਵੀ ਕਬਰਾਂ 'ਚ ਅੱਗਾਂ ਲੱਗਦੀਆਂ, ਦਿਸਦੀਆਂ ਨੇ ਲੋਕਾਂ ਨੂੰ। ਪੈਰਾਨੋਰਮਲ ਐਕਟਿਵਿਸਟ ਵੇਖਦੇ ਆ, ਵਿਖਾਉਂਦੇ ਆ। ਗੁਰੂ ਬਾਬਾ ਜੀ ਦੇ ਜਦੋਂ ਬਚਨ ਆਖੇ ਨਾ ਜੀ, ਉਹਨਾਂ ਕੋਲ ਜਵਾਬ ਨਹੀਂ ਸੀ ਕੋਈ। ਸੈਂਕੜੇ ਮੁਸਲਮਾਨ ਬੈਠੇ ਸੁਣ ਕੇ ਹੈਰਾਨ ਹੁੰਦੇ ਨੇ। ਦੇਸ਼ਨ ਕੇ ਭੇਸ ਕੋ ਪ੍ਰਭਾਵ ਧਰਜ ਦੇ ਮਾਹੀ, ਪਖ ਬਾਦ ਗਾਡੇ ਹੈਵ ਕਿ ਝਗਰ ਗਵਾਰਹੀ। ਮਰਦ ਕਹਿੰਦੇ ਮੂਰਖਾਂ ਦਾ ਝਗੜਾ ਹੈ। ਰੱਬ ਨੇ ਸਾਰਿਆਂ ਨੂੰ ਮਨੁੱਖ ਸਾਜਿਆ ਭਾਈ। ਦੇਸ਼ਾਂ ਦੇ ਲਿਬਾਸਾਂ ਕਰਕੇ ਧਰਮ ਦਾ ਲਿਬਾਸ ਵੱਖਰਾ ਹੋ ਸਕਦਾ ਹੈ। ਕੋਈ ਚੋਲਾ ਪਾ ਸਕਦਾ ਹੈ, ਕੋਈ ਵਾਲ ਕਟਾ ਕੇ ਟੋਪੀ ਪਾ ਸਕਦਾ ਹੈ, ਕੋਈ ਵਾਲ ਖੁੱਲੇ ਕਰਕੇ ਨੀਲੇ ਕੱਪੜੇ ਪਾ ਸਕਦਾ ਹੈ, ਕੋਈ ਸਿਰ ਦਾ ਮੁੰਡਨ ਕਰਾ ਕੇ ਭਗਵੇ ਜੇ ਕੱਪੜੇ ਪਾ ਕੇ ਫਿਰ ਸਕਦਾ, ਕੋਈ ਤਿੱਬਤੀ ਜੈਨੀ ਬੋਧੀ ਬਣ ਸਕਦਾ ਏ। ਪਰ ਦੱਸੋ ਜੀ, ਧਰਮ ਬਦਲਿਆਂ ਤੋਂ ਕੋਈ ਅੰਗ ਬਦਲੇ ਜਾਂਦੇ ਆ? ਨਹੀਂ ਨਾ, ਸਾਰਾ ਕੁਝ ਹੀ ਹੋ ਰਹਿੰਦਾ ਨਾ। ਮਰਦ ਕਹਿੰਦੇ ਬੋਲੀ ਕਰਕੇ, ਰਿਵਾਜਾਂ ਕਰਕੇ, ਦੇਸ਼ਾਂ ਕਰਕੇ, ਖਿਆਲਾਂ ਕਰਕੇ ਖਿਆਲਾਤ ਵੱਖ ਹੋ ਸਕਦੇ ਆ। ਇਹ ਦੱਸੋ ਇਹ 'ਚ ਵੱਡੇ ਛੋਟੇ ਵਾਲੀ ਗੱਲ ਕੀ ਹੈ? ਇਹ ਪੁੱਛਦੇ ਆ ਨਾ ਵੀ ਮੁਸਲਮਾਨ ਨੂੰ ਵੱਡਾ ਕਹੋ, ਹਿੰਦੂ ਨੂੰ ਛੋਟਾ ਕਹੋ। ਮਰਦ ਕਹਿੰਦੇ ਨਹੀਂ, ਨਾ ਕੋਈ ਵੱਡਾ ਨਾ ਕੋਈ ਛੋਟਾ ਏ। ਨਾਮ ਲਿਵ ਲਾਈ ਜਾਹੇ ਅਧਿਕ ਵਧਾਈ ਤਾਹੇ, ਜਾਣ ਕੇ ਸਰੂਪ ਨਿਜ
ਉਦਰ ਸੰਸਾਰ ਹੀ। ਸਾਹਿਬ ਕਹਿੰਦੇ ਜੇ ਨਾਮ ਨਹੀਂ ਜਪਦੇ ਦੋਨੋਂ ਹੀ ਝੂਠੇ ਨੇ। ਆਖੋ ਸਤਿਨਾਮ। ਦੋਨੋਂ ਹੀ ਛੋਟੇ ਨੇ। ਕੌਣ ਵੱਡਾ? ਮਾਇਆ ਵਡਿਆਈ। ਕਹਿੰਦੇ ਜਿਹਦੇ ਕੋਲ ਮਾਇਆ ਕਰੋੜਾਂ ਅਰਬਾਂ ਡਾਲਰ ਪਏ ਆ, ਸਵਿਸ ਦੇ ਖਾਤੇ ਭਰੇ, ਉਹ ਵੱਡਾ ਹੈ? ਨਹੀਂ। ਗੁਰੂ ਸਾਹਿਬ ਕਹਿੰਦੇ ਸੋ ਵੱਡਾ ਜਿਨ ਨਾਮ ਲਿਵ ਲਾਈ। ਜਿਹਦੀ ਰੱਬ ਨਾਲ ਲਿਵ ਜੁੜੀ ਆ ਉਹ ਵੱਡਾ ਏ। ਉਹ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ। ਹੁਣ ਤੁਸੀਂ ਆ ਸਾਰੀ ਕਥਾ ਸੁਣਦੇ ਹੋ, ਮੈਨੂੰ ਇੱਕ ਗੱਲ ਦੱਸ ਦਿਓ ਜੀ, ਕਿੱਥੇ ਮਰਦ ਨੇ ਮੁਸਲਮਾਨਾਂ ਦੀ ਨਿੰਦਿਆ ਕੀਤੀ ਹੈ? ਕਿੱਥੇ ਹਿੰਦੂਆਂ ਦੀ ਕੀਤੀ ਹੈ? ਕਿੱਥੇ ਸਿੱਖਾਂ ਨੂੰ ਚੰਗਾ ਕਹਿਤਾ? ਸਪਸ਼ਟ ਕੋਰੀ ਕਰਾਰੀ ਗੱਲ ਕਰਦੇ ਆ ਵੀ ਬੰਦਾ ਆਪਣੇ ਗੁਨਾਹ ਕਰਕੇ ਜਾਣਿਆ ਜਾਂਦਾ ਹੈ, ਕੱਪੜਿਆਂ ਕਰਕੇ ਕੋਈ ਮਹਾਨ ਨਹੀਂ। ਚੋਲਾ ਪਾ ਕੇ ਚੋਰੀ ਕਰੂਗਾ ਤੇ ਚੋਰ ਮੰਨਿਆ ਜਾਣਾ ਹੈ। ਇੱਕ ਠੱਗਾ ਵਾਂਗੂ ਲੁਕਿਆ ਫਿਰੇ ਅੰਦਰੋਂ ਬੰਦਗੀ ਕਰਦਾ, ਉਹਨੂੰ ਸਾਧ ਮੰਨਿਆ ਜਾਣਾ ਹੈ। ਲਿਬਾਸ ਕਰਕੇ ਕੋਈ ਕੁਝ ਨਹੀਂ ਹੈ। ਇਹ ਬੜੀ ਗਹਿਰੇ ਬਚਨ ਸੀ ਗੁਰੂ ਸਾਹਿਬ ਦੇ। ਸਾਹਿਬ ਕਹਿੰਦੇ ਇਹਨਾਂ ਚੀਜ਼ਾਂ ਦਾ ਕੀ ਫਰਕ ਹੈ? ਵੱਡਾ ਛੋਟਾ ਕੀ ਹੈ? ਨਾਮ ਜਪਣ ਵਾਲਾ, ਅੱਲਾ ਨੂੰ ਚੇਤੇ ਕਰਨ ਵਾਲਾ ਸਦਾ ਹੀ ਵੱਡਾ ਹੁੰਦਾ ਏ। ਦੋਹਰਾ ਭਲੇ ਅਮਲ ਕੀਏ ਬਿਨਾ ਜਾਹੇ ਨਰਕ ਕੋ ਦੋਏ। ਦੇਰ ਹੈ ਇਹਾਂ ਪਰੇ ਜਬ ਲਿਖਾ ਤੈ ਹੋਏ। ਸਾਹਿਬ ਕਹਿੰਦੇ ਚਾਹੇ ਮੁਸਲਮਾਨ ਹੋਵੇ ਚਾਹੇ ਹੋਵੇ ਹਿੰਦੂ, ਤੁਸੀਂ ਵੱਡੇ ਦੀ ਗੱਲ ਕਰਦੇ। ਕਹਿੰਦੇ ਜਿਹੋ ਜਿਹੇ ਅਮਲ ਕੀਤੇ ਆ ਨਾ ਉਹੋ ਜਿਹਾ ਫਲ ਪ੍ਰਾਪਤ ਹੋਣਾ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਧਰ ਗਏ ਆਵੇ ਕੰਮ। ਤੇਰੇ ਅਮਲਾਂ ਨੇ ਕੰਮ ਆਉਣਾ ਹੈ। ਅਮਲ ਕਿਹਨੂੰ ਕਹਿੰਦੇ ਆ? ਚੰਗੇ ਮਾੜੇ ਕਰਮ। ਅਮਲਾਂ ਦਾ ਹਿਸਾਬ ਹੋਣਾ, ਲੇਖਾ ਹੋਣਾ। ਗੁਰੂ ਬਾਬਾ ਜੀ ਕਹਿੰਦੇ ਉਹ ਮੁਸਲਮਾਨ ਹੋ ਕੇ ਮਾੜੇ ਅਮਲ ਕਰੇ ਉਹ ਵੀ ਦੋਜਕਾਂ ਨੂੰ ਜਾਊ। ਹਿੰਦੂ ਹੋ ਕੇ ਮਾੜੇ ਅਮਲ ਕਰਦਾ ਹੋਵੇ ਭਾਈ ਉਹ ਨਰਕਾਂ ਨੂੰ ਜਾਊਗਾ। ਦੋਨਾਂ ਚੋਂ ਜੇ ਕੋਈ ਨਾਮ ਜਪਦਾ, ਚੰਗੇ ਕਰਮ ਕਰਦਾ, ਕਹਿੰਦੇ ਦੋਜਕਾਂ ਦੀ ਅੱਗ ਤੋਂ ਬਚੂਗਾ। ਲੇਖਾ ਤੇ ਕਰਮਾਂ ਦਾ ਨਾ। ਧਰਮ ਕਾਹਦਾ ਹੈ? ਧਰਮ ਕਰਮਾਂ ਕਰਕੇ ਹੈ। ਕਰਮਾਂ ਕਰਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗੰਗਾ ਦੇ ਕਿਨਾਰੇ ਗਏ, ਸਾਰੇ ਇੱਧਰ ਨੂੰ ਚੜ੍ਹਦੇ ਨੂੰ ਪਾਣੀ ਦਿੰਦੇ ਆ। ਮਰਦ ਨੇ ਆਪਣਾ ਕਰਮ ਬਦਲਿਆ, ਲਹਿੰਦੇ ਨੂੰ ਸੁੱਟਣ ਲੱਗ ਗਏ। ਕਹਿੰਦੇ ਇੱਧਰ ਕਿਉਂ? ਮਤਲਬ ਕਰਮ ਬਦਲ ਗਿਆ ਨਾ। ਇੱਧਰ ਨੂੰ ਭੇਜਾਂਗੇ ਸੂਰਜ ਠੰਡਾ ਕਰ ਦੂ, ਇੱਧਰ ਨੂੰ ਕਰਤਾਰਪੁਰ। ਉਹ ਕਹਿੰਦੇ ਬਾਬਾ ਗੱਲ ਸੁਣ ਮੇਰੀ, ਤੇਰਾ ਪਿੰਡ ਕਿੰਨੀ ਦੂਰ ਹੈ? ਮਰਦ ਕਹਿੰਦੇ ਕੁਛ ਕੁ ਮੀਲ ਦੀ ਦੂਰੀ ਤੇ ਆ। ਕਹਿੰਦੇ ਇੱਧਰ ਨਹੀਂ ਜਾਂਦਾ ਪਾਣੀ, ਕਿਵੇਂ ਪਹੁੰਚ ਜੂਗਾ? ਮਰਦ ਕਹਿੰਦੇ ਜਿਵੇਂ ਤੁਹਾਡਾ ਸੂਰਜ ਤੇ ਪੌੜੀ ਲਾ ਕੇ ਆਖੋ ਸਤਿਨਾਮ। ਜੇ ਅਰਬਾਂ ਮੀਲ ਤੁਹਾਡਾ ਪਾਣੀ ਪਹੁੰਚ ਕੇ ਸੂਰਜ ਠੰਡਾ ਕਰਦਾ ਹੈ, ਮੇਰਾ ਕਰਤਾਰਪੁਰ ਤੇ ਆ ਰਿਹਾ, ਇੱਧਰੋਂ ਤਾਂ ਸੌਖਾ ਜਾਊਗਾ। ਮਤਲਬ ਕਰਮ ਫਿਲਾਸਫੀ ਵਿਖਾਤੀ ਵੀ ਇਹ ਕਰਮ ਕਰੀ ਜਾਂਦੇ ਹੋ, ਇਹਨਾਂ ਕਰਕੇ ਰੱਬ ਨਹੀਂ ਮਿਲਣਾ। ਹੋ ਸਕਦਾ ਕਿਸੇ ਨੇ ਰਵਾਇਤ ਚਲਾਈ ਹੋਵੇ ਤੇ ਚੱਲੀ ਜਾਂਦੀ। ਬੜੀਆਂ ਚੀਜ਼ਾਂ ਭੇਡ ਚਾਲਾਂ ਚੱਲਦੀਆਂ ਜੀ ਲੋਕਾਂ 'ਚ, ਸਿੱਖਾਂ 'ਚ ਵੀ, ਹਿੰਦੂਆਂ ਸਾਰੇ ਧਰਮਾਂ ਚੱਲਦੀਆਂ। ਪਰ ਗੁਰੂ ਦੀ ਮਰਿਆਦਾ ਸਭ ਤੋਂ ਉੱਚੀ ਸੁੱਚੀ ਹੈ। ਮਰਿਆਦਾ ਬਣੀ ਹੈ ਕਰਮਾਂ ਤੇ। ਅੱਜ ਵੀ ਮਰਿਆਦਾ ਖਰੀਦੋ, ਪੜ੍ਹ ਕੇ ਵੇਖੋ। ਮਰਿਆਦਾ 'ਚ ਇੱਕ ਚੀਜ਼ ਐਸੀ ਦੱਸ ਦਿਓ ਜਿਹੜੀ ਮਨੁੱਖ ਦੇ ਕਰਮਾਂ ਤੋਂ ਬਾਹਰ ਦੀ ਹੋਵੇ। ਇੱਕ ਦੱਸ ਦਿਓ। 5 ਕਕਾਰ ਪਾਏ ਆ ਨਾ ਅਸੀਂ ਸਰੀਰ ਤੇ, ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ। 5 ਕਕਾਰ ਦੱਸ ਦਿਓ ਜੀ ਜੇ ਕਰਮਾਂ ਤੋਂ ਬਾਹਰ ਹੋ। ਹਰ ਕਕਾਰ ਦਾ ਕੋਈ ਨਾ ਕੋਈ ਕਰਮ ਹੈ, ਕੋਈ ਕੀਤਾ ਹੈ। ਸਾਹਿਬ ਕਹਿੰਦੇ ਭਾਈ ਅਮਲਾਂ ਦਾ ਲੇਖਾ ਹੁੰਦਾ। ਮਰਦ ਨੇ ਫਿਰ ਬਚਨ ਕੀਤਾ ਸੀ ਨਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਕਹਿੰਦੇ ਜੇ ਚੰਗੇ ਕੰਮ ਨਹੀਂ ਕੀਤੇ ਤੁਸੀਂ ਵੱਡੇ ਛੋਟੇ ਦੀ ਗੱਲ ਕਰਦੇ ਹੋ। ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ, ਓਏ ਚੰਗੇ ਕਰਮ ਤੇ ਅਮਲਾਂ ਤੋਂ ਬਿਨਾਂ ਦੋਨੋਂ ਦਰਗਾਹ ਵਿੱਚ ਰੋਂਦੇ ਫਿਰਦੇ। ਆਖੋ ਸਤਿਨਾਮ। ਨਾ ਹਿੰਦੂਆਂ ਦੀ ਸਾਈਡ ਨਾ ਮੁਸਲਮਾਨਾਂ ਦੀ। ਕਿਹਦਾ ਪੱਖ ਕੀਤਾ? ਜੋ ਰੱਬ ਨੂੰ ਚੇਤੇ ਕਰਦੇ ਆ, ਜੋ ਨਿਰੰਕਾਰ ਨੂੰ ਜਪਦੇ ਨੇ। ਧੰਨ ਕੁਟੰਬ ਅਰ ਕਰਮ ਜੇ ਤੀਨ ਨਰ ਕੇ ਮੀਤ। ਸਤਿਗੁਰ ਕਹਿੰਦੇ ਮਨੁੱਖ ਦੇ 3 ਭਾਈ ਮਿੱਤਰ ਨੇ। ਧਨ ਸਭ ਤੋਂ ਵੱਡਾ ਮਿੱਤਰ ਹੈ ਬੰਦੇ ਦਾ ਪੈਸਾ, ਦੌਲਤ। ਤੁਹਾਡੀ ਜੇਬ 'ਚ ਪੈਸਾ ਨਾ, ਮੈਂ ਕਹਿੰਦਾ ਜਿਹਨੂੰ ਮਰਜ਼ੀ ਯਾਰ ਬਣਾ ਲਓ, ਝੂਠ ਹੈ। ਤੁਹਾਡੇ ਕੋਲ ਮਾਇਆ, ਟ੍ਰੇਨ 'ਚ ਬੈਠੇ ਲੋਕ ਮਿੱਤਰ ਬਣ ਜਾਂਦੇ। ਤੁਹਾਡੇ ਘਰੇ ਵੱਡੀ ਕੋਠੀ, ਚੰਗੀਆਂ ਗੱਡੀਆਂ ਰੱਖੀਆਂ, 5-7 ਲੋਕੀ ਗਿਫਟ ਚੱਕੀ ਆਉਣਗੇ ਦੀਵਾਲੀ ਤੇ, ਸਰ ਹੈਪੀ ਦੀਵਾਲੀ। ਜੇ ਤੁਹਾਡੇ ਕੋਲ ਗਰੀਬੀ ਹੈ, ਪਤਨੀ ਵੀ ਨਹੀਂ ਕਹਿੰਦੀ ਹੈਪੀ ਦੀਵਾਲੀ, ਉਹ ਵੀ ਕਹਿੰਦੀ ਮਰ ਜਾਣੇ ਇੰਨਾ ਸਮਾਨ ਦੀ ਲਿਸਟ ਬਣੀ ਆ, ਜਵਾਕਾਂ ਦਾ ਆਹ ਹਿਸਾਬ ਕਿਤਾਬ, ਇਹ ਉਹ ਫਲਾਣਾ, ਪੈਸੇ ਦੀ ਖੇਡ। ਗੁਰੂ ਸਾਹਿਬ ਕਹਿੰਦੇ ਮਾਇਆ ਸਭ ਤੋਂ ਵੱਡਾ ਮਿੱਤਰ ਹੈ। ਤੇ ਦੂਜਾ ਮਿੱਤਰ ਕਿਹੜਾ ਹੈ? ਦੇਖੋ
ਕਿੰਨਾ ਸੋਹਣਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦੇ ਰਹੇ ਆ। ਕਹਿੰਦੇ ਮਾਇਆ ਜ਼ਿੰਦਗੀ ਚੋਂ ਚਲੀ ਜਾਏ, ਬੰਦੇ ਦਾ ਦੂਜਾ ਮਿੱਤਰ ਹੈ ਪਰਿਵਾਰ। ਪੈਸੇ ਕੋਲੇ ਨਹੀਂ, ਮਾਂ ਕਹਿੰਦੀ ਪੁੱਤ ਕੋਈ ਗੱਲ ਨਹੀਂ, ਤਾਂ ਕੀ ਰੋਟੀ ਤੇ ਖਾ, ਪੁੱਤ ਬਹਿ ਤੇ ਸਹੀ ਕੋਲੇ, ਧੀਏ ਮੇਰੀ ਇਹ ਚਿੰਤਾ ਨਾ ਕਰ, ਜੇ ਤੇਰੇ ਸਹੁਰੇ ਮਾੜੇ ਆ ਤੇਰੀ ਮਾਂ ਤੇ ਬੈਠੀ ਆ ਨਾ। ਪਰਿਵਾਰ ਮਿੱਤਰ ਹੈ। ਸਤਿਗੁਰ ਕਹਿੰਦੇ ਤੀਜਾ ਮਿੱਤਰ ਹੈ ਬੰਦੇ ਦੇ ਕਰਮ। ਕਈ ਵਾਰ ਪਰਿਵਾਰ ਵੀ ਹੁੰਦਾ ਹੈ, ਦੌਲਤ ਵੀ ਕੋਲੇ ਬੜੀ ਹੈ, ਬੰਦਾ ਜੇਲ੍ਹ 'ਚ ਬੈਠਾ ਹੁੰਦਾ ਹੈ, ਬੰਦਾ ਮਾੜੇ ਕੰਮ ਕਰਕੇ ਘਰੋਂ ਭੱਜਿਆ ਹੁੰਦਾ ਏ, ਪੁਲਿਸ ਨੇ ਨਾਮ ਰੱਖਿਆ ਹੋਇਆ ਵੀ ਜੇ ਪਤਾ ਲੱਗੇ ਸਾਨੂੰ ਦੱਸਿਓ। ਪੈਸਾ ਨਹੀਂ ਹੈ ਉਹਦੇ ਕੋਲ, ਪਰਿਵਾਰ ਨਹੀਂ ਹੈ, ਨਾ ਹੁਣ ਪੈਸਾ ਮਿੱਤਰ ਬਣਿਆ ਨਾ ਪਰਿਵਾਰ ਮਿੱਤਰ ਬਣਿਆ, ਕਿਉਂਕਿ ਕਰਮ ਯਾਰ ਮਾੜਾ ਸੀ ਆਖੋ ਸਤਿਨਾਮ। ਜਿੱਦਣ ਕਰਮ ਦੀ ਯਾਰੀ ਮਾੜੀ ਹੋਈ ਨਾ ਜੀ, ਪੈਸਾ ਕੰਮ ਨਹੀਂ ਆਉਂਦਾ ਦੁਨੀਆ 'ਚ। ਬੜੀ ਦੁਨੀਆ ਆ ਜਿਨ੍ਹਾਂ ਦੇ ਸਿਸਟਮ ਹਿੱਲਦੇ ਹੁੰਦੇ ਸੀ ਕਦੇ, ਅੱਜ ਤੋਂ 8-10 ਸਾਲ ਪਹਿਲਾਂ, ਸਮਝਦੇ ਹੋ ਨਾ। ਪੈਸਾ ਥੋੜਾ ਉਹਨਾਂ ਕੋਲੇ, ਅੱਗ ਲਾ ਕੇ ਫੂਕ ਲੈਂਦੇ, ਅੱਜ ਜੇਲ੍ਹਾਂ 'ਚ ਬੈਠੇ ਆ। ਕੀ ਕਰ ਸਕਦਾ ਪੈਸਾ, ਕੀ ਕਰੂ ਪਰਿਵਾਰ ਮੁਲਾਕਾਤਾਂ ਕਰਕੇ। ਕਰਮ ਯਾਰ ਮਾੜੇ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾ ਮਿੱਤਰ ਮਾਇਆ, ਦੂਜਾ ਪਰਿਵਾਰ, ਤੇ ਤੀਜਾ ਮਨੁੱਖ ਦਾ ਮਿੱਤਰ ਕੀਤੇ ਹੋਏ ਕਰਮ। ਤੁਹਾਨੂੰ ਤੁਹਾਡੇ ਪਰਿਵਾਰ ਕਰਕੇ ਕੋਈ ਸਿਆਣਾ ਨਹੀਂ ਕਹਿੰਦਾ। ਇੱਥੇ ਲੋਕ ਲੜਦੇ ਫਿਰਦੇ ਸਾਡੀ ਖਾਨਦਾਨੀ ਵੱਡੀ, ਉਹ ਖਾਨਦਾਨੀ ਕਰਤੂਤ ਤੇ ਉਦਾਂ ਹੀ ਪਤਾ ਲੱਗ ਜਾਂਦੀ ਹੈ ਤੇਰੇ ਕਰਮਾਂ ਤੋਂ, ਤੇਰੀ ਬੋਲ ਬਾਣੀ ਤੋਂ, ਤੇਰੇ ਉੱਠਣ ਬੈਠਣ ਤੋਂ। ਲੋਕਾਂ ਹਿਸਾਬ ਲੈ ਲੈਣਾ ਇਹੀ ਤੇਰੇ ਮਾਂ-ਬਾਪ ਦੀ ਕਰਤੂਤ ਹੋਈ ਜੋ ਤੂੰ ਕਰਦਾ ਹੈ। ਇੱਥੋਂ ਪਰਖਿਆ ਜਾਂਦਾ। ਮਾਪਿਆਂ ਨੂੰ ਵੇਖ ਬੱਚੇ ਪਰਖੇ ਜਾਂਦੇ, ਤੇ ਬੱਚਿਆਂ ਦੀਆਂ ਕਰਤੂਤਾਂ ਵੇਖ ਲੋਕੀ ਲਾ ਲੈਂਦੇ, ਕਹਿੰਦੇ ਪਰਵਰਿਸ਼ ਮਾੜੀ ਹੋਣੀ। ਅੱਜ ਕੋਈ ਚੋਰੀ ਯਾਰੀ ਮਾੜਾ ਕੰਮ ਕਰਦਾ, ਲੋਕੀ ਕਹਿੰਦੇ ਆ, ਕਹਿੰਦੇ ਪਰਵਰਿਸ਼ ਮਾੜੀ ਹੈ। ਪਰਵਰਿਸ਼ ਪਾਲਣ ਪੋਸ਼ਣ ਕੋਈ ਬੁਰਾ। ਸਾਹਿਬ ਕਹਿੰਦੇ ਫਿਰ ਮਿੱਤਰ ਪਰਿਵਾਰ ਕੰਮ ਨਹੀਂ ਆਉਂਦਾ ਜਦੋਂ ਕਰਮ ਮਾੜੇ ਹੋਵਣ। ਜਬ ਲੋ ਘਟ ਮੈਂ ਪ੍ਰਾਣ ਹੈ, ਤਬ ਲੋ ਧਨ ਕੀ ਪ੍ਰੀਤ। ਕਹਿੰਦੇ ਜਦੋਂ ਤੱਕ ਮਨੁੱਖ ਦੇ ਸਰੀਰ ਵਿੱਚ ਜਾਨ ਹੈ, ਉਦੋਂ ਤੱਕ ਧਨ ਨਾਲ ਪ੍ਰੀਤ ਹੈ, ਉਦੋਂ ਤੱਕ ਹੀ ਮਾਇਆ ਕੰਮ ਆਉਂਦੀ ਹੈ। ਦਰਗਾਹ 'ਚ ਦੱਸੋ ਜੀ, ਕਿਸੇ ਦੀ ਮਾਇਆ, ਕਿਸੇ ਦੇ ਡਾਲਰ, ਕਿਸੇ ਦੇ ਰਿੰਗਟ ਗਏ ਕਦੇ? ਇੱਥੇ ਧੀ ਪੁੱਤ ਗਾਲਾਂ ਕੱਢੀ ਜਾਂਦੇ, ਕਹਿੰਦੇ ਬਾਪੂ ਮਾੜਾ ਸੀ, ਅਯਾਸ਼ੀ ਕਰਦਾ ਰਿਹਾ, ਆਹ ਕਰਦਾ ਰਿਹਾ, ਪੈਸੇ ਬਰਬਾਦ ਕਰ ਗਿਆ, ਇੱਥੇ ਲਾ ਗਿਆ, ਸਾਨੂੰ ਭਰਾਵਾਂ 'ਚ ਫਰਕ ਪਾ ਗਿਆ। ਕਮਾਈ ਤੋਂ ਬਾਅਦ ਵੀ ਜੁੱਤੀਆਂ ਮਿਲੀਆਂ। ਧਨ ਮਿੱਤਰ ਦਰਗਾਹ 'ਚ ਕੰਮ ਨਹੀਂ ਆਇਆ। ਵੇਖ ਲਿਓ ਕਦੇ ਆਪਣੇ ਬੱਚਿਆਂ ਦੀ ਪਿੱਠ ਸੁਣ ਕੇ, ਕਿੰਨੀਆਂ ਕੁ ਤਾਰੀਫਾਂ ਤੁਹਾਡੀਆਂ ਕਰਦੇ, ਮੂੰਹ ਤੇ ਸਾਰੇ ਕਹੀ ਜਾਂਦੇ ਮੇਰੇ ਪਾਪਾ ਗ੍ਰੇਟ, ਮੇਰੇ ਮੰਮੀ ਗ੍ਰੇਟ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਜਿਹੜੇ ਬੱਚੇ ਇੰਟਰਨੈਟ ਤੇ ਆਪਣੇ ਮਾਂ-ਬਾਪ ਦੀ ਐਡ ਕਰਦੇ ਆ ਨਾ ਵੀ ਅੱਜ ਫਾਦਰ ਡੇ, ਅੱਜ ਮਦਰ ਡੇ ਹੈ, ਅਸਲ 'ਚ ਉਹਨਾਂ ਦੀ ਜ਼ਿੰਦਗੀ 'ਚ ਮਾਪਿਆਂ ਲਈ ਕੋਈ ਥਾਂ ਹੀ ਨਹੀਂ, ਕੋਈ ਥਾਂ ਨਹੀਂ ਆ। ਉਹ ਸਿਰਫ ਲੋਕ ਦਿਖਾਵਾ ਕਰਦੇ ਆ, ਅੱਜ ਮੰਮੀ ਨੂੰ ਗਿਫਟ ਦੇ ਦਿਓ, ਅੱਜ ਪਾਪਾ ਨੂੰ ਸਰਪ੍ਰਾਈਜ਼ ਦੇ ਦਿਓ। ਦਿਖਾਵਾ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪਿਆਰ ਆ ਉਹ ਦਿਖਾਵਾ ਨਹੀਂ ਕਰਦੇ। ਕਹਿੰਦੇ ਪਰਿਵਾਰ ਦਾ ਮੈਟਰ ਆ ਯਾਰ, ਲੋਕਾਂ ਨੂੰ ਕੀ ਵਿਖਾਉਣਾ। ਮਾਪਿਆਂ ਦੀ ਐਨੀਵਰਸਰੀ ਫੋਟੋਆਂ ਲਾਉਣੀਆਂ, ਬੱਚਿਆਂ ਨੇ ਵਿਖਾਉਣੀਆਂ, ਲੋਕ ਕੀ ਕਰਨਗੇ? ਕਰ ਸਕਦੇ ਆ ਕੁਛ? ਨਹੀਂ ਨਾ, ਸਿਰਫ ਦਿਖਾਵਾ। ਤੇ ਜਿਨ੍ਹਾਂ ਵਿੱਚ ਪ੍ਰੇਮ ਆ ਉੱਥੇ ਦਿਖਾਵਾ ਨਹੀਂ। ਸਾਹਿਬ ਕਹਿੰਦੇ ਆ ਪਰਿਵਾਰ ਤੇਰਾ ਧਰਮ ਰਾਜ ਦੀ ਕਚਹਿਰੀ 'ਚ ਤੇਰੇ ਨਾਲ ਨਹੀਂ ਜਾਏਗਾ। ਜਿੱਦਣ ਬਾਹਾਂ ਠੰਡੀਆਂ ਹੋ ਗਈਆਂ, ਹੱਥ ਸੁੰਨ ਹੋ ਗਏ ਨਾ, ਕਾਢੋ ਕਾਢੋ ਹੋਈ ਰੇ ਬੌਰੇ ਤੋਹੇ ਘਰੀ ਨਾ ਰੱਖੋ ਕੋਈ। ਤੇਰੇ ਆਪਣੇ ਕਹਿੰਦੇ ਆ ਛੇਤੀ ਛੇਤੀ ਕਰੋ, ਮੋਗੇ ਵਾਲੀ ਭੂਆ ਆਈ ਕਿ ਨਹੀਂ, ਸੰਸਕਾਰ ਕਰਨਾ ਲੇਟ ਹੋ ਜਾਗੇ। ਕੋਈ ਘੜੀ ਨਹੀਂ ਰੱਖਦਾ, ਇੱਕ ਪਲ ਤੈਨੂੰ ਕੋਈ ਘਰੇ ਬਿਠਾਉਂਦਾ ਨਹੀਂ। ਯਾਰਿਓ ਗਾੜਿਓ ਤਨ ਨਹੀਂ, ਤਬ ਲੋ ਕੁਟੰਬ ਸੁਨੇਹ। ਕਹਿੰਦੇ ਪਰਿਵਾਰ ਦੀ ਯਾਰੀ, ਪਰਿਵਾਰ ਦਾ ਪਿਆਰ ਵੀ ਉਦੋਂ ਤੱਕ ਸੀ ਜਦੋਂ ਤੱਕ ਤੈਨੂੰ ਸਾੜਿਆ ਨਹੀਂ, ਜਦੋਂ ਤੱਕ ਤੈਨੂੰ ਦੱਬਿਆ ਨਹੀਂ। ਸੱਚੀ ਦੱਸਿਓ ਜੀ, ਇਹ ਸਾਰਿਆਂ ਨਾਲ ਹੀ ਹੈ। ਜਿੱਦਣ ਬੰਦੇ ਦਾ ਸੰਸਕਾਰ ਹੁੰਦਾ ਹੈ, ਦੇਖੋ ਦੁੱਖ ਹੁੰਦਾ, ਕੋਈ ਸ਼ੱਕ ਨਹੀਂ ਹੈ, ਮੋਹ ਵਾਲਾ ਜ਼ਿੰਦਗੀ ਕੱਟੀ ਹੁੰਦੀ ਹੈ। ਬੰਦਾ ਪਿੱਟ ਪਿੱਟ ਮਰਦਾ, ਰੋਂਦਾ, ਤੜਫਦਾ, ਹਾਏ ਨਾਲੇ ਮਰ ਜੂ। ਸੱਚੀ ਦੱਸਿਓ ਵੀ ਕਦੇ ਉਹ ਬੰਦਾ ਜਿੱਥੇ ਉਸ ਬੰਦੇ ਦਾ ਸੰਸਕਾਰ ਹੋਇਆ ਹੈ, ਭਾਵੇਂ ਮਾਂ ਹੋਵੇ, ਪਿਓ ਹੋਵੇ, ਭੈਣ ਹੋਵੇ, ਪਤਨੀ ਹੋਵੇ, ਭਰਾ ਹੋਵੇ, ਕਦੇ ਉਹ ਥਾਂ ਤੇ ਬੈਠਾ ਵੇਖਿਆ? 6 ਮਹੀਨੇ ਬਾਅਦ, 15 ਦਿਨਾਂ ਬਾਅਦ ਰੋਜ਼ 1 ਘੰਟਾ ਬਹਿ ਕੇ ਆਉਂਦਾ ਹੋਵੇ ਵੀ ਚੱਲ ਇੱਥੇ ਤੇ ਬਜ਼ੁਰਗ ਸੀ, ਦਾਦਾ ਜੀ ਸੀ, ਬਹਿ ਜਾਈਏ ਕੋਲੇ। ਕੋਈ ਨਹੀਂ। ਜਦ ਤੱਕ ਸਰੀਰ ਹੈ ਉਦੋਂ ਤੱਕ ਰਿਸ਼ਤੇ ਨੇ, ਸਭ ਛੱਡ ਜਾਂਦੇ ਆ। ਅੱਧੇ ਤੇ ਰਿਸ਼ਤੇ ਉਹਦੇ ਟੁੱਟ ਜਾਂਦੇ ਜਦੋਂ ਦਾ ਬੁੜਾ ਮਰਨ ਵਾਲਾ ਹੁੰਦਾ ਹੈ।
ਬੁਢਾਪੇ 'ਚ ਆ ਕੇ ਅੱਧਾ ਛੱਡ ਜਾਂਦਾ ਪਰਿਵਾਰ। ਇਹ ਕਹਿੰਦਾ ਮੇਰੀ ਕੋਠੀ ਮੇਰਾ ਕਰੋ, ਕਹਿੰਦੇ ਕੁਛ ਨਹੀਂ ਯਾਰ, ਬੁੜਾ ਗੱਡੀ ਨਹੀਂ ਚੜ੍ਹਦਾ, ਬਾਹਰ ਜਾਈਏ, ਇੱਥੇ ਫਸੇ ਇਹਦੇ ਕਰਕੇ। ਜਿੱਦਣ ਮਰ ਗਿਆ ਚੁੱਕ ਕੇ ਫੂਕ ਆਉਂਦੇ ਆ, ਕੋਈ ਪੁੱਛਦਾ ਨਹੀਂ ਹੈ। ਮਰਦ ਕਹਿੰਦੇ ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਵਾਧਿਓ ਜੀਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਕਥਾ ਨੂੰ ਅੱਗੇ ਖੋਲ ਰਹੇ ਆ, ਤੈਨੂੰ ਮੇਰਾ ਮੇਰਾ ਕਹਿਣਗੇ ਪਰ ਸਰੀਰ ਨੂੰ ਕਹਿਣਗੇ ਜਿੱਦਣ ਸਰੀਰ ਖਤਮ ਹੋ ਗਿਆ। ਓਏ ਸਾਲ ਬਾਅਦ ਘਰ ਤੋਂ ਫੋਟੋ ਵੀ ਲੱਥ ਜਾਂਦੀ ਆ, ਆਖੋ ਸਤਿਨਾਮ, ਕੋਈ ਨਹੀਂ ਪੁੱਛਦਾ। ਪਰਿਵਾਰ ਵੀ ਉਦੋਂ ਤੱਕ ਸੀ ਜਦੋਂ ਤੱਕ ਸਰੀਰ ਸੀ। ਲੈ ਤੁਸੀਂ ਬੁੱਢੇ ਹੋਣਾ, ਸਾਰਿਆਂ ਨੇ ਹੋਣਾ। ਬੁਢਾਪੇ 'ਚ ਕਦੇ ਪੁੱਤ ਨੂੰ ਕਹਿ ਦੀ, ਨੂੰਹ ਨੂੰ ਕਹਿ ਕੇ ਵੇਖ ਲਓ ਵੀ ਪਾਣੀ ਦਾ ਗਲਾਸ ਦੇ ਦੇ, ਕਿੰਨਾ ਕੁਝ ਸੁਣਨਾ ਪੈਂਦਾ। ਸਾਰਿਆਂ ਨਾਲ ਹੀ ਹੈ। ਤੇ ਫਿਰ ਮਰਿਆ ਕਿਹਨੇ ਯਾਦ ਕਰਨਾ ਜੀ? ਬਸ ਇੱਕ ਮੈਂ ਆ, ਹਉਮੈ ਹੈ, ਪਰਦਾ ਹੈ। ਮਰਦ ਕਹਿੰਦੇ ਮਾਇਆ ਤੇਰੀ ਕੰਮ ਨਹੀਂ ਆਉਣੀ, ਮੌਤ ਤੋਂ ਬਾਅਦ ਪਰਿਵਾਰ ਤੇਰਾ ਕੰਮ ਨਹੀਂ ਆਉਣਾ। ਕੀ ਹੁਣ ਪਰਿਵਾਰ ਛੱਡ ਦਈਏ ਜੀ? ਨਹੀਂ, ਇਹਨਾਂ ਤੋਂ ਉਮੀਦਾਂ ਛੱਡਦੇ, ਆਖੋ ਸਤਿਨਾਮ। ਦੌਲਤ ਤੋਂ ਉਮੀਦਾਂ ਛੱਡ ਦੇ, ਮੈਨੂੰ ਦਰਗਾਹ 'ਚ ਲੈ ਜੂ, ਚੰਗਾ ਬਣਾ ਦੂਗੀ। ਪਰਿਵਾਰ ਤੋਂ ਉਮੀਦਾਂ ਛੱਡ ਦੇ, ਮੈਨੂੰ ਇਹ ਚੰਗਾ ਕਹਿਣਗੇ, ਮੈਂ ਇਹਨਾਂ ਲਈ ਕੁਝ ਚੰਗਾ ਕਰਾਂ, ਇਹ ਮੇਰਾ ਜਸ ਗਾਣਗੇ। ਇੱਥੇ ਕੋਈ ਕਿਸੇ ਦਾ ਜਸ ਨਹੀਂ ਗਾਉਂਦਾ ਭਾਈ। ਜਦੋਂ ਤੱਕ ਸਰੀਰ ਹੈ ਉਦੋਂ ਤੱਕ ਸਭ ਤੇਰੇ ਨੇ। ਸ਼ਮਸ਼ਾਨ 'ਚ ਡੱਕੇ ਤੋੜ ਕੇ ਕਹਿ ਦਿੰਦੇ ਅੱਜ ਤੋਂ ਬਾਅਦ ਤੂੰ ਸਾਡੇ ਨਾਲ ਹੀ। ਆਇਆ ਕਿਸੇ ਦੇ ਕੋਈ ਕਰਦਾ ਚੇਤੇ? ਕੋਈ ਕਬਰਾਂ ਤੇ ਜਾ ਕੇ ਨਹੀਂ ਬਹਿੰਦਾ ਮੁੜ ਕੇ, ਕਿਸੇ ਕੋਲ ਸਮਾਂ ਨਹੀਂ ਹੁੰਦਾ ਯਾਦ ਕਰਨ ਦਾ। ਕਹਿੰਦੇ ਮੁਰਦੇ ਨਾ ਉਖਾੜੋ। ਗੁਰੂ ਸਾਹਿਬ ਕਹਿੰਦੇ ਤੇਰੇ ਦੋ ਯਾਰ ਮਿੱਤਰ, ਇੱਕ ਪਰਿਵਾਰ ਇੱਕ ਦੌਲਤ, ਜਿਉਂਦੇ ਜੀ ਯਾਰੀ ਸੀ, ਇੱਥੇ ਹੀ ਛੱਡ ਜਾਂਦੇ ਨੇ। ਮੋਹਰ ਨਾ ਕੋ ਸੰਗ ਹੈ, ਸਮਝ ਭਲੇ ਔਰ ਲੇਹ। ਗੁਰੂ ਸਾਹਿਬ ਕਹਿੰਦੇ ਚੰਗੀ ਤਰ੍ਹਾਂ ਸਮਝ ਲਓ, ਇਹਨਾਂ ਚੋਂ ਤੀਜਾ ਮਿੱਤਰ ਫੇਰ ਵੀ ਚੰਗਾ ਸੀ। ਕਰਮ ਭਾਵੇਂ ਚੰਗਾ ਸੀ ਭਾਵੇਂ ਮਾੜਾ ਸੀ, ਨਾ ਪਰਿਵਾਰ ਰਿਸ਼ਤੇਦਾਰ ਸਾਥ ਗਏ ਨਾ ਪੈਸਾ ਗਿਆ। ਕਹਿੰਦੇ ਕਰਮ ਚੰਗਾ ਮਾੜਾ ਦਰਗਾਹ 'ਚ ਜਾ ਖੜਿਆ। ਕਹਿੰਦੇ ਨੇ ਆਹ ਕਰਤੂਤਾਂ ਕੀਤੀਆਂ, ਸੁੱਟੋ ਨਰਕਾਂ। ਆਹ ਕੰਮ ਚੰਗਾ ਕੀਤਾ, ਭੇਜੋ ਸਵਰਗਾਂ 'ਚ। ਇੱਕ ਯਾਰ ਚੰਗਾ ਸੀ ਕਰ, ਉਹ ਜਿਹੋ ਜਿਹਾ ਕਮਾਇਆ ਸੀ। ਮਰਦ ਕਹਿੰਦੇ ਉਹ ਦਰਗਾਹ ਤੱਕ ਗਿਆ। ਨਹੀਂ, ਤਿੰਨਾਂ 'ਚੋਂ ਤੇਰਾ ਕੋਈ ਨਹੀਂ। ਜਿੰਨਾ ਪਿੱਛੇ ਮਾਣ ਕਰਦਾ ਫਿਰਦਾ, ਜਿੰਨਾ ਪਿੱਛੇ ਲੜਦਾ, ਠੱਗੀਆਂ ਮਾਰਦਾ ਫਿਰਦਾ, ਆਪਣੀ ਨੀਂਦ ਗਵਾਈ ਫਿਰਦਾ ਏ, ਕਿਸੇ ਨੇ ਤੇਰਾ ਮੁੱਲ ਨਹੀਂ ਪਾਉਣਾ। ਇੱਥੇ ਕਿਹਦਾ ਮੁੱਲ ਪਾਇਆ ਜੀ? ਵੱਡੇ ਵੱਡੇ ਰਾਜੇ ਆਪਣੀਆਂ ਔਲਾਦਾਂ ਲਈ ਕਿਲੇ ਬਣਾ ਕੇ ਚਲ ਗਏ। ਕਦੇ ਤਾਜ ਮਹਿਲ ਜਾਇਓ, ਮੁਮਤਾਜ਼ ਦੀ ਯਾਦ 'ਚ ਬਣਿਆ। ਕਦੇ ਸ਼ਾਹਜਹਾਨ ਦੀ ਕਥਾ ਪੜ੍ਹਿਓ ਤੇ ਜਾਣ ਤੋਂ ਬਾਅਦ ਸਮਝ ਆ ਜਾਊਗੀ ਦੁਨੀਆ ਦੇ ਹੱਥ ਵੱਢਣ ਵਾਲਾ ਕਿਹੜੀ ਮੌਤੇ ਮਰਿਆ ਸੀ। ਆਖੋ ਸਤਿਨਾਮ। ਕਿੰਨਾ ਪਿਆਰ ਉਹ ਮੁਮਤਾਜ਼ ਨੂੰ ਕਰਦਾ ਸੀ, ਪਰ ਜਿਉਂਦੇ ਜੀ ਜਿਸ ਮੁਮਤਾਜ਼ ਨੂੰ ਪਿਆਰ ਕਰਦਾ ਸੀ ਉਹਦੇ ਲਈ ਮਹਿਲ ਨਹੀਂ ਬਣਾ ਸਕਿਆ। ਅੱਜ ਵੀ ਉਸ ਤਾਜ ਮਹਿਲ ਦੇ ਵਿੱਚ ਮੁਰਦਿਆਂ ਦੀ ਖਾਮੋਸ਼ੀ ਹੈ, ਪ੍ਰੇਮ ਨਹੀਂ ਹੈ, ਹੋਰ ਕੁਝ ਵੀ ਨਹੀਂ ਉੱਥੇ, ਖਾਲੀ ਸਖਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੋ ਜੀਵਨ 'ਚ ਕਮਾ ਲਏਗਾ, ਜੋ ਹੰਢਾ ਲਏਗਾ, ਜੋ ਛਕ ਲਏਗਾ, ਛਕਾ ਲਏਗਾ, ਬਸ ਉਹੀ ਤੇਰਾ ਏ। ਤੀਜੋ ਮਿੱਤਰ ਕਰਮ ਜੇ, ਸੰਗੀ ਸਦ ਹੀ ਜਾਨ। ਮਰਦ ਕਹਿੰਦੇ ਤੀਜਾ ਮਿੱਤਰ ਕਰਮ ਤੇਰਾ ਸੰਗੀ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਵੇ ਕੰਮ। ਦਰਗਾਹ 'ਚ ਕੰਮ ਆਉਣਗੇ ਜਿਹੜੇ ਅਮਲ ਇੱਥੇ ਕਮਾਏ ਹੋਏ। ਜੇ ਚੰਗੇ ਕੰਮ ਕੀਤੇ, ਦਾਨ ਪੁੰਨ ਕੀਤੇ ਆ ਨਾ ਜੀ, ਮਿੱਠਾ ਬੋਲਿਆ ਹੋਇਆ, ਸਭ ਨੂੰ ਜੀ ਗਿਆ। ਧਰਮਰਾਜ ਦੀ ਕਚਹਿਰੀ 'ਚ ਤੁਹਾਡੇ ਵੱਡੇ ਪਾਪ ਨਹੀਂ ਵੇਖੇ ਜਾਣੇ ਆ, ਸ਼ੁਭ ਕਰਮਾਂ ਕਰਕੇ ਧਰਮਰਾਜ ਨੇ ਕਹਿਣਾ ਛੱਡੋ ਗੁਣ ਭਾਰੂ ਨੇ। ਔਗਣ ਤੇ ਸਾਰਿਆਂ ਜੀ ਹੁੰਦੇ ਆ ਜੀ, ਔਗਣ ਥੋੜਾ ਵੇਖਦਾ। ਜਿੱਥੇ ਗੁਣਾਂ ਦੀ ਕੁਆਲਿਟੀ ਜ਼ਿਆਦਾ ਹੋਵੇ ਉਹ ਧਰਮ ਦਾ ਰਾਜਾ ਏ, ਤਾਰ ਦਿੰਦਾ ਏ। ਜਿੱਥੇ ਔਗਣਾਂ ਦੀ ਕੁਆਲਿਟੀ ਜ਼ਿਆਦਾ, ਇੱਕ ਅੱਧਾ ਚੰਗਾ ਗੁਣ ਕਹਿੰਦਾ ਸੁੱਟੋ ਨਰਕਾਂ। ਗੁਰੂ ਸਾਹਿਬ ਕਹਿੰਦੇ ਤੁਸੀਂ ਲੜਦੇ ਫਿਰਦੇ ਹੋ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ? ਕਹਿੰਦੇ ਵੱਡਾ ਉਹ ਹੈ ਜਿਹਦੇ ਕਰਮ ਵੱਡੇ ਨੇ। ਜਹਾਂ ਜਾਏ ਫਲ ਦੀਤ ਤਹਿ, ਜੋ ਨਾ ਹੋਈ ਕਬਹਾਨ। ਭਾਈ ਕਰਮ ਮਿੱਤਰ ਨੇ ਸਾਥ ਨਹੀਂ ਛੱਡਣਾ। ਚੰਗਾ ਮਾੜਾ ਜਿਹੋ ਜਿਹਾ ਕੀਤਾ ਉਹੋ ਜਿਹਾ ਫਲ ਭੁਗਤਾਏਗਾ। ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਵੇਖ ਰਹੇ ਆ। ਗੁਰੂ ਸਾਹਿਬ ਕਹਿੰਦੇ ਕਰਮ ਪ੍ਰਧਾਨ ਸੋ ਸਮਾਂ ਸਮਾਪਤ ਹੈ, ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ। ਬੜਾ ਪਿਆਰਾ ਮਿੱਠਾ ਉਪਦੇਸ਼ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰ ਰਹੇ ਨੇ। ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।